ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ 'ਚ ਸਿਆਸੀ ਉਥਲ-ਪੁਥਲ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਤੋਂ ਬਾਅਦ ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਜਿਹੜਾ ਹੈਗਾ ਮੁਲਾਕਾਤ ਕਰਕੇ ਆਉਂਦੇ ਨੇ। ਉਹਨਾਂ ਦੀ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਖੜੇ ਹੁੰਦੇ ਨੇ, ਜਿਸ ਤੋਂ ਬਾਅਦ ਉਹ ਆਪਣਾ ਸਟੈਂਡ ਸਪਸ਼ਟ ਕਰਦੇ ਨੇ ਵੀ ਕਿਆ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਤਾਂ ਕਹਿ ਸਕਦੇ ਹਨ, ਪਰ ਭਾਜਪਾ 'ਚ ਕਦੇ ਵੀ ਨਹੀਂ ਜਾ ਸਕਦੇ। ਤੁਸੀਂ ਇਹਨਾਂ ਜਿਹੜੀ ਸਾਰੀ ਗੱਲਾਂ ਤੋਂ ਕੀ ਸੰਕੇਤ ਮਿਲਦੇ ਨੇ ਵੀ ਕਿ ਉਹ ਅਮਿਤ ਸ਼ਾਹ ਨੂੰ ਮਿਲ ਕੇ ਆ ਰਹੇ ਨੇ, ਉਸ ਤੋਂ ਬਾਅਦ ਅਜਿਹੀ ਗੱਲ ਕਹਿ ਰਹੇ ਨੇ, ਇਸ ਤੋਂ ਕੀ ਸੰਕੇਤ ਨੇ? ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਇਹ ਨਹੀਂ ਕਿਹਾ ਕਿ ਕਦੇ ਵੀ ਨਹੀਂ ਜਾ ਸਕਦੇ। ਉਹਨੇ ਕਿਹਾ ਮੈਂ ਭਾਜਪਾ 'ਚ ਨਹੀਂ ਜਾਵਾਂਗਾ, ਪਰ ਅਜੇ ਕਾਂਗਰਸ ਦਾ ਮੈਂਬਰ ਆ, ਪਰ ਕਾਂਗਰਸ ਛੱਡ ਦਊਂਗਾ। ਕਾਂਗਰਸ ਕਿਉਂ ਛੱਡ ਦਊਂਗਾ? ਉਹੀ ਜਿਹੜਾ ਪੁਰਾਣਾ ਵਰਤਾਂਤ ਜਿਹੜਾ ਉਹਨੇ ਲਗਾਤਾਰ ਕਿਹਾ ਕਿ ਜਿਸ ਢੰਗ ਨਾਲ ਮੈਨੂੰ ਅਪਮਾਨਿਤ ਕਰਕੇ ਹਟਾਇਆ ਗਿਆ, 3 ਵਾਰ ਮੇਰਾ ਅਪਮਾਨ ਕੀਤਾ ਗਿਆ, ਔਰ ਉਹ ਜਿੱਥੇ ਭਰੋਸਾ ਨਾ ਹੋਵੇ ਉੱਥੇ ਰਹਿਣ ਦੀ ਕੋਈ ਗੱਲ ਨਹੀਂ, ਜੇ ਉਹ ਸਾਰਾ। ਔਰ ਇਹ ਅਟਕਲਾਂ ਬੜੇ ਲੰਮੇ ਸਮੇਂ ਤੋਂ ਲੱਗ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਪਹੁੰਚ ਦੇ ਤੌਰ 'ਤੇ, ਅਪਰੋਚ ਦੇ ਤੌਰ 'ਤੇ, ਮਤਲਬ ਕੇਂਦਰ ਸਰਕਾਰ ਨਰਿੰਦਰ ਮੋਦੀ ਦੇ ਜ਼ਿਆਦਾ ਨੇੜੇ ਲੱਗਦੇ ਨੇ, ਅਤੇ ਜਿਹੜਾ ਆਪਣੀ ਉਸ ਸਾਰੇ ਮਾਮਲੇ 'ਚ ਹੁਣ ਜਦੋਂ ਉਹ ਮਿਲੇ, ਅਮਿਤ ਸ਼ਾਹ ਨੂੰ ਮਿਲੇ ਕੱਲ੍ਹ, ਅਤੇ ਅੱਜ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਅਜੀਤ ਡੋਵਲ, ਉਹਨਾਂ ਨੂੰ ਮਿਲੇ, ਅਤੇ ਜਦੋਂ ਇਹ ਇੱਕ ਪ੍ਰੋਸੈਸ ਚੱਲਿਆ ਤਾਂ ਅੰਦਾਜ਼ਾ ਲੱਗਣਾ ਸੁਭਾਵਿਕ ਇੱਕ ਮੁਮਕਿਨ ਸੀ ਕਿ ਅਮਰਿੰਦਰ ਸਿੰਘ ਹੋਣੀ ਸ਼ਾਇਦ ਬੀਜੇਪੀ 'ਚ ਚਲੇ ਜਾਣ। ਲੋਕ ਇਹ ਵੀ ਅੰਦਾਜ਼ੇ ਲਾਉਣ ਲੱਗ ਗਏ ਔਰ ਲੱਗ ਰਹੇ ਸੀ ਕਿ ਹੋ ਸਕਦਾ ਉਹ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਬਣ ਕੇ ਕੋਈ ਕਿਸਾਨਾਂ ਦਾ ਐਗਰੀਮੈਂਟ ਕਰਾ ਦੇਣ ਜਾਂ ਅਲੱਗ-ਅਲੱਗ ਟਾਈਪ ਦੇ ਤਰੀਕੇ ਨੇ। ਪਰ ਇੱਕ ਗੱਲ ਹੈ, ਇਹ ਠੀਕ ਹੈ ਕਿ ਪਾਰਟੀ ਦਾ ਇਹਨਾਂ ਦਾ ਇੰਟਰਨਲ ਮਾਮਲਾ ਸੀ, ਕਿਸ ਤਰੀਕੇ ਨਾਲ ਲਾਇਆ ਗਿਆ, ਕੋਈ ਉਦੋਂ ਬੈਟਰ ਬੇਸ ਸੀਗਾ, ਕਿਵੇਂ ਸੀ, ਕੀ ਕਰ ਸਕਦੇ ਸੀ। ਜਿਹੜਾ ਬਿਰਤਾਂਤ ਅਮਰਿੰਦਰ ਸਿੰਘ ਨੇ ਸਿਰਜਿਆ ਪਿਛਲੇ ਦਿਨਾਂ ਦੇ ਵਿੱਚ, ਉਹ ਬਿਰਤਾਂਤ ਜਿਹੜਾ ਇਹ ਸਿਰਜਿਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹਾਲਾਤ ਨੇ, ਡਰੋਨ ਰਾਹੀਂ ਹਥਿਆਰ ਆ ਰਹੇ ਨੇ, ਫਲਾਨਾ ਹੋ ਰਿਹਾ, ਜੇ ਵੋ, ਇਹ ਸਾਰਾ ਮੈਨੂੰ ਲੱਗਦਾ ਜਿਹੜਾ ਇੱਕ ਸਿਰਜਣਾ ਜਿਹੜੀ ਇਹ ਸਾਰੇ ਮਾਮਲੇ ਦੀ, ਉਹ ਪੰਜਾਬ ਦੇ ਪੱਖ 'ਚ ਨਹੀਂ ਇਸ ਰੂਪ ਦੇ ਵਿੱਚ ਜਾਂਦੀ ਕਦੇ ਵੀ, ਕਿਉਂਕਿ ਪੰਜਾਬ ਬੜੇ ਲੰਮੇ ਸਮੇਂ ਤੋਂ ਪੀਸਫੁਲ ਸਟੇਟ ਹੈ। ਇੱਕ ਖਾੜਕੂਬਾਦ ਦੇ ਉਸ ਦੌਰ ਨੂੰ ਛੱਡ ਕੇ ਤਾਂ ਉਦੋਂ ਬਾਅਦ ਕੋਈ ਇਸ ਲੈਵਲ ਦੀ ਗੱਲ ਨਹੀਂ ਹੈ। ਔਰ ਜੇ ਉਹਨੂੰ ਇੱਕ ਇਹੋ ਜਿਹਾ ਹਊਆ ਬਣਾ ਦਿੱਤਾ ਜਾਏ, ਪੇਸ਼ ਕੀਤਾ ਜਾਏ, ਔਰ ਇਹ ਗੌਰਮੈਂਟ ਆਫ ਇੰਡੀਆ ਨੂੰ ਸਟਰੋਂਗ ਕਰਨਾ ਅਤੇ ਗੁਆਂਢੀਆਂ ਨਾਲ ਰਿਸ਼ਤਿਆਂ ਨੂੰ ਦੁਬਾਰਾ ਹੋਰ ਟੈਂਸ ਕਰਨਾ, ਅਤੇ ਪੰਜਾਬ ਦੇ ਵਿੱਚ ਇੱਕ ਬੇਚੈਨੀ ਵਾਲਾ ਮਾਹੌਲ ਪੈਦਾ ਕਰਨਾ, ਖਾਸ ਤੌਰ 'ਤੇ ਇੱਕ ਭਾਈਚਾਰੇ ਦੇ ਅੰਦਰ ਕਿ ਪਤਾ ਨਹੀਂ ਮੁੜ ਕੇ ਖਾੜਕੂਬਾਦ ਆ ਜਾਊਗਾ, ਪਤਾ ਨਹੀਂ ਕੀ ਆ ਜਾਊਗਾ, ਇੱਕ ਅਸਥਿਰਤਾ ਦਾ ਇੱਕ ਮਾਹੌਲ ਉਹ ਜਿਹੜਾ ਪੈਦਾ ਕਰਨਾ, ਡਰ ਅਤੇ ਸਹਿਮ ਦਾ। ਮੈਨੂੰ ਲੱਗਦਾ ਇਹਦਾ ਕੋਈ ਗਰਾਊਂਡ ਇਹੋ ਜਿਹਾ ਤਾਂ ਨਹੀਂ ਨਜ਼ਰ ਆ ਰਿਹਾ ਲੌਜੀਕਲੀ ਕਿ ਤੁਸੀਂ ਇਸ ਲੈਵਲ ਦਾ ਕੀਤਾ। ਔਰ ਇਹ ਲੋਕ ਉਹ ਵਰਤਾਂਤ ਮੇਰੇ ਖਿਆਲ ਸਿਰਜ ਰਹੇ ਨੇ ਜਿਹੜੇ ਲੋਕ ਖਾੜਕੂਬਾਦ ਦੇ ਦੌਰ ਦਾ, ਖਾੜਕੂਬਾਦ ਆਇਆ ਕਿਉਂ, ਕੀ ਉਹਦੇ ਪਿੱਛੇ ਸੀਗਾ, ਔਰ ਜਿੰਨੀਆਂ ਵੀ ਗੱਲਾਂ ਨੇ ਸਾਡੇ ਸਾਹਮਣੇ, ਆ ਹੁਣੇ ਰਾਜਪਾਲ BD ਪਾਂਡੇ ਦੀ ਕਿਤਾਬ ਆਈ ਹੈ, ਉਹ ਵੀ ਇਹ ਕਹਿ ਰਹੇ ਨੇ ਕਿ ਇੰਦਰਾ ਗਾਂਧੀ ਨੇ ਮਤ ਲਿਆ ਸੀ ਕਿ ਹੁਣ ਹੱਲ ਨਹੀਂ ਕਰਨਾ। ਕਈ ਵਾਰ ਹੱਲ ਦੇ 2-3-4 ਮੌਕੇ ਆਏ ਜਿਨ੍ਹਾਂ ਦੇ ਵਿੱਚ ਹੱਲ ਕੀਤਾ ਜਾ ਸਕਦਾ ਸੀ, ਉਦੋਂ ਵੀ ਅਕਾਲੀ ਦਲ ਦਾ ਜਿਹੜਾ ਪੀਸਫੁਲ ਅੰਦੋਲਨ ਸੀ ਜਾਂ ਬਾਕੀ ਸੀ, ਦਰਬਾਰ ਸਾਹਿਬ ਦੇ ਹਮਲੇ ਤੋਂ ਜਾਂ ਬਾਕੀ ਤੋਂ ਗਰੇਜ ਹੋ ਸਕਦਾ ਸੀ। ਇੱਦੋਂ ਪਹਿਲਾਂ ਵੀ ਇੱਕ ਸਾਬਕਾ ਰਾਹ ਅਫਸਰ ਦੀ ਕਿਤਾਬ ਆਈ ਹੈ, ਉਹ ਵੀ ਕਹਿ ਰਹੇ ਨੇ ਕਿ ਇੱਕ ਡਿਜ਼ਾਈਨ ਕੇਂਦਰ ਸਰਕਾਰ ਦਾ ਸੀ, ਸਿੱਧੂ ਦੀ। ਅਤੇ ਇਹ ਜਿਹੜੇ ਸਾਰੇ ਸਵਾਲ ਸੀ ਕੀ ਪੰਜਾਬ ਦੇ ਵਿੱਚੋਂ ਆਉਂਦੇ ਨੇ, ਜਿਹੜੇ ਡਿਜ਼ਾਈਨ ਫਿਰ ਕਿਤੇ ਹੋਰ ਬਣਦਾ ਹੈ, ਮਤਲਬ ਮਿਹਨਤ ਰੱਬ ਨੂੰ ਬਣਦਾ ਹੈ, ਉਹ ਤਾਂ ਫਿਰ ਗੱਲ ਨਹੀਂ ਨਾ ਬਣਦੀ ਕਿ ਪੰਜਾਬ 'ਤੇ ਐਲੀਗੇਸ਼ਨ ਲਾ ਦਿਓ। ਅਗਲੀ ਗੱਲ ਇਹ ਹੈ ਕਿ ਜਿਹੜਾ ਉਹ ਖਾੜਕੂਬਾਦ ਉੱਭਰਿਆ, ਉਹ ਪੰਜਾਬ ਦੇ ਮੰਗਾਂ ਮਸਲਿਆਂ 'ਚੋਂ ਪੈਦਾ ਹੋਏ ਮੋਰਚੇ ਦੇ ਵਿੱਚੋਂ ਇੱਕ ਹਥਿਆਰਬੰਦ ਬਣ ਨੂੰ ਗਿਆ। ਅਤੇ ਪਹਿਲਾਂ ਤਾਂ ਅਕਾਲੀ ਦਲ ਦਾ ਇੱਕ ਮੋਰਚਾ ਸੀ, ਸ਼ਾਂਤਮਈ ਮੋਰਚਾ, ਜਿਹੜਾ SYL ਦੇ ਮੁੱਦੇ 'ਤੇ 8 ਅਪ੍ਰੈਲ 1982 ਨੂੰ ਲੱਗਿਆ। ਉਦੋਂ ਪਹਿਲਾਂ ਵੀ ਕੁਝ ਮੋਰਚੇ ਕੁਝ ਗੱਲਾਂ ਕਰਕੇ ਲੱਗਦੇ ਰਹੇ ਉਸ ਢੰਗ ਨਾਲ। ਅਤੇ ਜਦੋਂ ਉਸ ਪਾਸੇ ਵੱਲ ਚੱਲਦਾ ਗਿਆ, ਉਹੀ ਅਨੰਦਪੁਰ ਸਾਹਿਬ ਦਾ ਮਤਾ, ਉਸੇ ਅਨੰਦਪੁਰ ਸਾਹਿਬ ਦੇ ਮਤੇ 'ਤੇ ਜਦੋਂ ਮੋਰਚਾ ਡਿਕਟੇਟਰ ਸੰਤ ਲੌਂਗੋਵਾਲ ਸੀ, ਸੰਤ ਭਿੰਡਰਾਂਵਾਲਾ ਵੀ ਇਹੀ ਕਹਿੰਦੇ ਰਹੇ ਕਿ ਮੈਂ ਇਹਨੂੰ ਇੱਥੇ ਇਹ ਤੋਂ ਪਿੱਛੇ ਨਾ ਹਟਣ, ਮੈਂ ਇੱਥੇ ਤੱਕ ਹੀ ਹਾਂ। ਕਦੇ ਤਾਂ ਖਾਲਿਸਤਾਨ ਦਾ ਨਾਅਰਾ ਉਸ ਲੈਵਲ 'ਤੇ ਤਾਂ ਨਹੀਂ ਸੀ ਲੱਗਿਆ। ਮਤਲਬ ਇੱਕ ਮਾਹੌਲ ਸੀ ਅਤੇ ਇੱਕ ਮੰਗਾਂ ਸੀ, ਇੱਕ ਉਹਦੇ ਪਿੱਛੇ ਦਲੀਲ ਸੀ, ਜਿਹ 'ਚੋਂ ਇੱਕ ਪੈਦਾ ਹੋਇਆ। ਹੁਣ ਖਲਾਅ ਦੇ ਵਿੱਚ ਕੀ ਉਹਨੂੰ ਅਸੀਂ ਅੱਤਵਾਦ ਅਤੇ ਖਾੜਕੂਬਾਦ ਦੇ ਵਿੱਚ ਕੋਈ ਫਰਕ ਕਰਦੇ ਹਾਂ? ਨਾਰਮਲੀ ਤਾਂ ਅੱਜ ਤੱਕ ਇਹ ਕਿਹਾ ਜਾਂਦਾ ਸੀ ਦੁਨੀਆ ਦੇ ਵਿੱਚ ਕਿ ਖਾੜਕੂਬਾਦ ਉਹਨੂੰ ਕਹਿੰਦੇ ਨੇ, ਚਾਹੇ ਉਹ ਮਾਓਵਾਦੀਆਂ ਦਾ ਹੋਵੇ, ਖਾਲਿਸਤਾਨੀਆਂ ਦਾ ਹੋਵੇ, ਜਿਹਦਾ ਮਰਜ਼ੀ ਹੋਵੇ, ਜਿਹੜੇ ਇੱਕ ਪੋਲੀਟੀਕਲ ਨਿਸ਼ਾਨੇ ਨੂੰ ਲੈ ਕੇ ਹਥਿਆਰਬੰਦ ਤਰੀਕੇ ਨਾਲ ਗੱਲ ਕਰਦੇ ਨੇ। ਅਤੇ ਟੈਰਰਿਜ਼ਮ ਉਹਨੂੰ ਕਿਹਾ ਜਾਂਦਾ ਸੀ, ਅੱਤਵਾਦ, ਜਿਹੜੇ ਆਪਣੇ ਨਿੱਜੀ ਗੋਲ ਨੂੰ ਲੈ ਕੇ ਟੈਰਰ ਫੈਲਾ ਕੇ ਇਹ ਚੀਜ਼ਾਂ ਕਰਦੇ ਨੇ।
ਹੁਣ ਦੀ ਜਿਹੜੀ ਸ਼ਬਦਾਵਲੀ ਹੈ ਸ਼ਾਇਦ ਇਹ 9/11 ਤੋਂ ਬਾਅਦ ਅਮਰੀਕਨ ਸ਼ਬਦਾਵਲੀ ਹੈ, ਉਹੀ ਸ਼ਬਦਾਵਲੀ ਸਾਡੇ ਵਰਤੀ ਜਾ ਰਹੀ ਹੈ, ਜਿਹੜੀ ਸ਼ਾਇਦ ਚੀਜ਼ਾਂ ਨੂੰ ਸਮਝਣ ਦੇ ਵਿੱਚ ਸਮੱਸਿਆ ਖੜੀ ਕਰਦੀ ਹੈ। ਔਰ ਇਹਦੇ ਤੋਂ ਮੈਨੂੰ ਲੱਗਦਾ ਗੁਰੇਜ਼ ਕਰਨ ਦਾ ਸਵਾਲ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਚਲੇ ਜਾਂਦੇ ਨੇ, ਜੀ ਕਾਂਗਰਸ ਦਾ ਤਾਂ ਪਹਿਲਾਂ ਹੀ ਖੈਰ ਅੱਜ ਕੱਲ੍ਹ ਬੁਰਾ ਹਾਲ ਹੈ। ਉਹ ਕੱਲ੍ਹ ਕਪਿਲ ਸਿੱਬਲ ਦੇ ਘਰ ਮੂਹਰੇ ਜੋ ਕੁਛ ਡਰਾਮਾ ਹੋਇਆ ਹੈ, ਉਹ ਜਿਹੜਾ ਗਰੁੱਪ 23 ਹੈ, ਵੱਡੇ ਵੱਡੇ ਲੀਡਰ ਜਿਸ 'ਚ ਗੁਲਾਮ ਨਬੀ ਆਜ਼ਾਦ ਵੀ ਹੈ, ਬਾਕੀ ਵੀ ਲੋਕ ਨੇ, ਉਹਨਾਂ ਨੇ ਵੀ ਦੁਬਾਰਾ ਕਿਹਾ ਕਿ ਫਿਰ ਕਪਿਲ ਸਿੱਬਲ ਨੇ ਇਹੀ ਕਿਹਾ ਸੀ ਨਾ ਕਿ ਜੇ ਕੋਈ ਪ੍ਰਧਾਨ ਨਹੀਂ ਚੱਜ ਨਾਲ ਕੰਮ ਕਰ ਰਿਹਾ, ਸੋਨੀਆ ਗਾਂਧੀ ਚੁਣੇ ਹੋਏ ਪ੍ਰਧਾਨ ਨਹੀਂ ਹੈ, ਅਜੇ ਕਾਰਜਕਾਰੀ ਹੈ, ਤਾਂ ਫਿਰ ਫੈਸਲੇ ਕੌਣ ਲੈ ਰਿਹਾ? ਜੀ ਇਹ ਤਾਂ ਸਾਹਮਣੇ ਦਿਖਾਈ ਦੇਣਾ ਚਾਹੀਦਾ। ਉਸੇ 'ਤੇ ਤੁਸੀਂ ਇੱਕ ਮੌਬ ਖੜਾ ਕਰ ਦੋਗੇ, ਕੋਈ ਬੋਲੇ ਨਾ। ਤਾਂ ਉਹਨਾਂ ਨੇ ਅੱਜ ਕਿਹਾ ਕਿ ਦੁਬਾਰਾ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਓ ਜਾਂ ਉੱਚ ਬਾਡੀ ਦੀ ਮੀਟਿੰਗ ਬੁਲਾਓ, ਕਾਂਗਰਸ ਦਾ ਓਵਰਆਲ ਕਰੋ, ਕੋਈ ਨਾ ਕੋਈ ਸਿਸਟਮ ਬਣਾਓ। ਔਰ ਛੱਤੀਸਗੜ੍ਹ ਦੇ ਵਿੱਚ ਰੌਲਾ ਪੈ ਰਿਹਾ CM ਨੂੰ ਹਟਾਉਣ ਦਾ। ਬਾਕੀ ਇੱਕ ਇਹ ਤਾਂ ਇੰਟਰਨਲ ਸਵਾਲ ਹੈਗੇ ਹੀ ਨੇ ਕਾਂਗਰਸ ਦੀ ਹਾਈ ਕਮਾਂਡ 'ਤੇ, ਤਾਂ ਇਹ ਕੁਐਸਚਨ ਉੱਠ ਹੀ ਰਿਹਾ ਬਿਲਕੁਲ ਕਿ ਉਹ ਆਪਣੇ ਮਾਮਲਿਆਂ ਨੂੰ ਟੈਕਲ ਕਰਨ ਦੀ ਬਜਾਏ ਉਹ ਮਾਮਲੇ ਸਗੋਂ ਖੜੇ ਵੱਧ ਕਰ ਰਹੀ ਹੈ, ਪੰਗੇ ਖੜੇ ਵੱਧ ਕਰ ਰਹੀ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਅਮਰਿੰਦਰ ਸਿੰਘ BJP ਦੇ ਵਿੱਚ ਜਾਂਦੇ ਨੇ, ਜਾਂ ਇੱਕ ਇਹ ਵੀ ਹੈ ਕਿ ਉਹ BJP 'ਚ ਨਾ ਜਾਣ, ਆਪਣਾ ਇੱਕ ਗਰੁੱਪ ਬਣਾ ਲੈਂਦੇ ਨੇ ਪੰਜਾਬ 'ਚ। ਜਿਵੇਂ ਇੱਕ ਵਾਰ ਜਦੋਂ 84 'ਚ ਇਹਨਾਂ ਨੇ ਦਿੱਤਾ ਅਸਤੀਫਾ, 84 'ਚ ਅਸਤੀਫਾ ਦੇਣ ਤੋਂ ਬਾਅਦ ਤਾਂ 85 'ਚ ਇਹ ਅਕਾਲੀ ਦਲ 'ਚ ਆ ਕੇ ਚੋਣ ਲੜ ਲਈ ਸੀ ਅਤੇ ਬਰਨਾਲਾ ਮਿਨਿਸਟਰੀ 'ਚ। ਉਸ ਤੋਂ ਬਾਅਦ ਇਹਨਾਂ ਨੇ ਪੰਥਕ ਅਕਾਲੀ ਦਲ ਬਣਾ ਲਿਆ ਸੀ ਆਪਣਾ ਇੱਕ ਜੀ ਗਰੁੱਪ ਦੇ ਤੌਰ 'ਤੇ। ਜਦੋਂ ਇਹ ਕਿਹਾ ਜਾਂਦਾ ਸੀ ਕਿ ਸ਼ਾਇਦ ਜਿਹੜੀ 92 ਦੀ ਚੋਣ ਹੈ ਉਦੋਂ ਮੁੱਖ ਮੰਤਰੀ ਬਣ ਜਾਣ, ਦੁਬਾਰਾ ਐਂ ਇੱਕ ਮਾਹੌਲ ਬਣਾਇਆ ਗਿਆ ਸੀ 92 ਦੀ ਚੋਣ ਦੇ ਵਿੱਚ ਵੀ ਇੱਕ ਟਾਈਪ ਦਾ। ਪਰ 3 ਸੀਟਾਂ ਆਈਆਂ ਸੀ ਉਸ ਅਕਾਲੀ ਦਲ ਨੂੰ ਅਤੇ ਬਾਕੀ ਕਾਂਗਰਸ ਮੈਜੋਰਟੀ ਰਹਿ ਗਈ ਸੀ। ਉਹੋ ਜਿਹਾ ਗਰੁੱਪ ਬਣਾ ਕੇ BJP ਨਾਲ ਅਟੈਚ ਹੋਣ ਦੀ ਗੱਲ ਹੈ ਔਰ BJP ਨਾਲ ਅਲਾਇੰਸ ਹੋਣ ਦੀ ਗੱਲ ਹੈ। ਤਾਂ ਮੈਨੂੰ ਇਹ ਲੱਗਦਾ ਕਿ ਇੱਕ ਗੱਲ ਫਿਰ ਉਹਦੇ ਨਾਲ ਇਹ ਹੋਊਗੀ ਜ਼ਰੂਰ ਕਿ BJP ਨੂੰ ਇੱਕ ਲੈਜੀਟੀਮੇਸੀ ਮਿਲੇਗੀ, ਜੀ ਇੱਕ ਵਾਜਬੀਅਤ ਮਿਲੇਗੀ। ਅਜੇ ਤੱਕ BJP ਕੋਲ ਕੋਈ ਵੱਡਾ ਸਿੱਖ ਚਿਹਰਾ ਨਹੀਂ ਹੈ ਉਸ ਲੈਵਲ 'ਤੇ। ਉਹ ਇੱਧਰ ਉੱਧਰ ਕੋਸ਼ਿਸ਼ ਕਰਦੀ ਹੈ, ਕਦੇ ਕਿਸੇ ਨੂੰ ਲਿਆਂਦਾ, ਕਦੇ ਕਿਸੇ ਨੂੰ ਲਿਆਂਦਾ, ਹੈ ਨਾ। ਅਤੇ ਉਸ ਪੱਧਰ 'ਤੇ ਜੇਕਰ ਜਾਏਗੀ, ਇੱਦੋਂ ਪਹਿਲਾਂ BJP ਦਾ ਜਿਹੜਾ ਹਿੰਦੂਤਵੀ ਏਜੰਡਾ ਸੀ ਉਹਦੇ ਨਾਲ ਲੱਗਣ ਲਈ, ਉਹਦੇ ਨਾਲ ਕੋਲੀਸ਼ਨ ਬਣਾਉਣ ਲਈ ਕੋਈ ਪਾਰਟੀ ਤਿਆਰ ਨਹੀਂ ਸੀ। 1996 ਦੇ ਵਿੱਚ ਪਹਿਲੀ ਵਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਅਨਕੰਡੀਸ਼ਨਲ ਸਪੋਰਟ ਕੀਤੀ, ਉਦੋਂ ਇੱਕ ਵੀ ਖੇਤਰੀ ਪਾਰਟੀ ਅਤੇ ਇੱਕ ਵੀ ਦੇਸ਼ ਦੀ ਹੋਰ ਪਾਰਟੀ 13 ਦਿਨ ਦੀ ਵਾਜਪਾਈ ਸਰਕਾਰ ਦੇ ਹਮਾਇਤ ਦੇ ਵਿੱਚ ਨਹੀਂ ਆਈ, ਉਹ ਡਿੱਗ ਗਈ ਸੀ ਸਰਕਾਰ। ਜਦੋਂ ਅਕਾਲੀ ਦਲ ਨੇ ਪਹਿਲ ਕੀਤੀ, ਫਿਰ ਸ਼ਿਵ ਸੈਨਾ ਆਈ, ਫਿਰ ਜਨਤਾ ਦਲ ਤੋਂ ਲੈ ਕੇ ਫਿਰ ਕਈ ਆਉਣਾ ਸ਼ੁਰੂ ਹੋ ਗਏ, ਉਹਨੇ ਇੱਕ ਲੈਜੀਟੀਮੇਸੀ ਦਿੱਤੀ। ਪਰ ਏਜੰਡਾ ਹੌਲੀ ਹੌਲੀ ਉਹ ਵੱਧਦਾ ਇੱਥੋਂ ਤੱਕ ਆ ਗਿਆ ਸਾਡੇ ਸਾਹਮਣੇ। ਇਹ ਇੱਕ ਗੱਲ ਜਿਹੜਾ ਇਨ ਦੀ ਲੌਂਗ ਰਨ ਦੇਸ਼ ਦੇ ਵਿੱਚ ਲੰਮੇ ਸਮੇਂ ਦੇ ਵਿੱਚ ਜਿਹੜਾ ਘੱਟ ਗਿਣਤੀਆਂ ਦੇ ਖਿਲਾਫ ਇੱਕ ਅਪਰੋਚ ਦਾ ਸਵਾਲ ਹੈ। ਜਦੋਂ ਕੋਈ ਵੱਡੇ ਸਿੱਖ ਲੀਡਰ ਜਾਂ ਹਿੰਦੂ ਮੁਸਲਮਾਨ ਲੀਡਰ ਜਾਂ ਬਾਕੀ ਲੀਡਰ ਕੋਈ ਜਾਂਦੇ ਨੇ ਉਸ ਪੱਧਰ ਦੇ ਉੱਤੇ, ਤਾਂ ਸਭ ਗੱਲਾਂ ਕਰਨ ਦੇ ਬਾਵਜੂਦ ਵੀ ਇੱਕ ਲੈਜੀਟੀਮੇਸੀ ਦਿੰਦੇ ਨੇ ਕਿ ਹਾਂ ਇਹ ਚੀਜ਼ਾਂ ਨੇ। ਹੁਣ ਅਕਾਲੀ ਅਲੱਗ ਹੋਏ ਨੇ, ਅਤੇ ਜੇ ਅਮਰਿੰਦਰ ਸਿੰਘ ਦਾ ਚਿਹਰਾ ਚਲਾ ਜਾਂਦਾ ਅਲਾਇੰਸ ਕਰਨ ਦੇ ਵਿੱਚ ਜਾਂ ਉੱਧਰ ਅਲਾਇੰਸ ਤੋਂ ਬਿਨਾਂ ਉੱਧਰ ਜਾਣ ਦੇ ਵਿੱਚ, ਇਹ ਪੰਜਾਬ ਦੀ ਸਿਆਸਤ 'ਤੇ ਇੱਕ ਤੇ ਹੀ ਨਹੀਂ ਪੂਰੇ ਕੰਟਰੀ ਦੀ ਸਿਆਸਤ 'ਤੇ ਇੱਕ ਲੈਵਲ ਦਾ ਉਹ ਅਸਰ ਪਾਏਗਾ, ਜਿਹੜਾ ਕਿ ਉਹਦੇ ਖਿਲਾਫ ਇੱਕ ਬਿਰਤਾਂਤ ਬਣਾਉਣ ਦਾ ਸਵਾਲ ਹੈ। ਚਾਹੇ ਉਹ ਮਮਤਾ ਬੈਨਰਜੀ ਦਾ, ਚਾਹੇ ਉਹ ਫੈਡਰਲਿਜ਼ਮ ਦਾ ਕੁਐਸਚਨ ਹੈ, ਚਾਹੇ ਉਹ ਬਾਕੀ ਦੇ ਸਵਾਲ ਨੇ, ਵੰਨ-ਸੁਵੰਨਤਾ ਦਾ ਕੁਐਸਚਨ ਹੈ, ਅਲੱਗ-ਅਲੱਗ ਧਰਮਾਂ ਦਾ, ਜਾਤਾਂ ਦਾ, ਵੱਖ-ਵੱਖ ਬਖਰੇਵੇਂ ਸੱਭਿਆਚਾਰਾਂ ਦਾ। ਉਸ ਜਿਹੜੀ ਵਿਚਾਰਧਾਰਕ ਇੱਕ ਬਖਰੇਵਾਂ ਹੈ ਉਹਨੂੰ ਠੇਸ ਜ਼ਰੂਰ ਪਹੁੰਚੇਗੀ ਜੇਕਰ ਅਮਰਿੰਦਰ ਸਿੰਘ ਉੱਥੇ ਚਲੇ ਜਾਂਦੇ ਨੇ ਤਾਂ। ਜੀ ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਸੀ ਵੀ ਕਿ ਕਪਿਲ ਸਿੱਬਲ ਦੇ ਘਰ ਦੇ ਬਾਹਰ ਜਿਹੜਾ ਹੈਗਾ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਕਿ G23 ਦੇ ਆਗੂਆਂ ਨੇ ਵੀ ਨਿੰਦਾ ਕੀਤੀ ਹੈ। ਅਸੀਂ ਜਾਣਨਾ ਚਾਹਾਂਗੇ ਅਜਿਹਾ ਕਪਿਲ ਸਿੱਬਲ ਨੇ ਪਾਰਟੀ ਹਾਈ ਕਮਾਂਡ ਨੂੰ ਲੈ ਕੇ ਕਿਸ ਤਰ੍ਹਾਂ ਹੀ ਗੱਲ ਜਿਹੜੀ ਹੈ ਕੀਤੀ ਸੀ, ਜਿਸ ਦਾ ਵਿਰੋਧ ਕਰਨ ਕਾਂਗਰਸੀ ਆਗੂ ਉੱਥੇ ਪਹੁੰਚੇ, ਅਤੇ G23 ਦੇ ਆਗੂ ਜਿਹੜੇ ਨੇ ਉਹ ਕੀ ਕਹਿ ਰਹੇ ਨੇ? ਉਹ ਤਾਂ ਬੜਾ ਪੁਰਾਣਾ ਇੱਕ ਚਿੱਠੀ ਲਿਖੀ ਸੀਗੀ, ਮਤਲਬ ਜਦ ਨੂੰ ਤਾਂ ਕਰੋਨਾ ਕਰਕੇ ਦੁਬਾਰਾ ਨਹੀਂ ਬੁਲਾਈ, ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ। ਉਹ ਕਹਿੰਦੇ ਸੀ ਵੀ ਜੇ BJP ਦਾ ਮੁਕਾਬਲਾ ਕਰਨਾ, ਉਹ ਚਿੱਠੀ ਇਹ ਸੀ ਅਸਲ ਦੇ ਵਿੱਚ, ਤਾਂ ਸਾਨੂੰ ਓਵਰਹਾਲਿੰਗ ਕਰਨੀ ਪਊ, ਕਾਂਗਰਸ ਦਾ ਢਾਂਚਾ ਮੁੜ ਕੇ ਵਿਉਂਤਣਾ ਪਏਗਾ, ਉੱਥੇ ਚੋਣਾਂ ਦਾ ਸਿਸਟਮ ਸ਼ੁਰੂ ਕਰਨਾ ਪਏਗਾ। ਚੁਣੇ ਹੋਏ ਨੁਮਾਇੰਦੇ ਜਿਹੜੇ ਹੇਠਾਂ ਤੋਂ ਲੈ ਕੇ ਪਹਿਲਾਂ ਬਲਾਕਾਂ ਦੀ ਚੋਣ ਹੋਵੇ, ਜ਼ਿਲ੍ਹਿਆਂ ਦੀ ਹੋਵੇ, ਸੂਬਿਆਂ ਦੀ ਹੋਵੇ, ਫਿਰ ਉੱਪਰ ਤੱਕ ਸਿਸਟਮ ਹੋਵੇ। ਫਿਰ ਪਾਰਟੀਆਂ ਦੇ ਸਟੇਟ ਯੂਨਿਟਾਂ ਨੂੰ ਆਟੋਨਮੀ ਦੇਣੀ ਪਏਗੀ ਉਸ ਪੱਧਰ ਦੇ ਉੱਤੇ ਕਿ ਤੁਸੀਂ ਆਪ ਆਪਣੇ ਪੱਧਰ ਦੇ ਉੱਤੇ ਫੈਸਲੇ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਉਹ ਕੀਤੀਆਂ। ਉਹਨੂੰ ਲਿਆਏ ਗਿਆ ਕਿ ਸ਼ਾਇਦ ਗਾਂਧੀ ਪਰਿਵਾਰ ਦੇ ਖਿਲਾਫ ਹੈ, ਇੱਕ ਗਰੁੱਪ ਬਣ ਰਿਹਾ ਜਾਂ ਬਾਕੀ ਦੀਆਂ ਚੀਜ਼ਾਂ ਨੇ।
ਕੱਲ੍ਹ ਵੀ ਉਹਨੇ ਇਹੀ ਕੀਤਾ ਵੀ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ, ਜੋ ਕੁਝ ਛੱਤੀਸਗੜ੍ਹ ਦੇ ਵਿੱਚ ਹੋ ਰਿਹਾ, ਜੋ ਕੁਝ ਬਾਕੀ ਹੋ ਰਿਹਾ ਤੇ ਇਹ ਕੀ ਹੋ ਰਿਹਾ, ਤੇ ਬੋਲਣਾ ਤਾਂ ਪਊਗਾ ਹੀ। ਉਹਨਾਂ ਨੂੰ ਲੱਗ ਰਿਹਾ ਕਿ ਜੀ ਕਿਉਂਕਿ ਨਵਜੋਤ ਸਿੱਧੂ ਨੇ ਅਸਤੀਫਾ ਦਿੱਤਾ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਉਸ ਪੱਧਰ ਦੇ ਉੱਤੇ ਕਰ ਲਈਆਂ, ਔਰ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਇਸ ਸਿਆਸਤ ਦੇ ਵਿੱਚ ਜਿਹੜਾ ਆ ਰਹੀਆਂ ਨੇ। ਔਰ ਆਟੋਮੈਟਿਕਲੀ ਕੁਝ ਬੰਦੇ ਇਹੋ ਜਿਹੇ ਅੰਧ ਭਗਤ ਜਿਨ੍ਹਾਂ ਦੇ ਤੌਰ 'ਤੇ ਕਹੇ ਜਾ ਸਕਦੇ ਨੇ, ਜਿਹੜੇ ਕਿਸੇ ਲੀਡਰ 'ਤੇ ਮਾੜਾ ਜਿਹਾ ਜਾਇਜ਼ ਸਵਾਲ ਵੀ ਉਠਾਓ ਤੇ ਉਹ ਇਕੱਠੇ ਹੋ ਕੇ ਭੀੜ ਆ ਜਾਂਦੀ ਹੈ ਕਿਸੇ ਦੇ, ਜੋ ਵੀ ਮਰਜ਼ੀ ਉਹ ਕਰੋ, ਤਾਂ ਇੱਕ ਮਾਹੌਲ ਨਹੀਂ ਬਚਦਾ ਫਿਰ ਉਹ ਤੁਸੀਂ ਡਰਾਉਂਦੇ ਹੋ, ਧਮਕਾਉਂਦੇ ਹੋ ਦੂਜੇ ਦੀ ਗੱਲ ਕਹਿਣ ਨੂੰ ਰੋਕਣ ਦੇ ਵਾਸਤੇ ਨਾ, ਉਹ ਹੈ। ਔਰ ਕਾਂਗਰਸ ਐਜ ਏ ਸੰਗਠਨ ਦੇ ਤੌਰ 'ਤੇ ਲਗਾਤਾਰ ਹਾਰਦੀ ਪਿਛਲੇ 10 ਈਵਨ 2019 ਦੀ ਲੋਕ ਸਭਾ ਚੋਣ ਤੱਕ, 1999 ਤੋਂ 2019 ਤੱਕ ਕਾਂਗਰਸ ਦਾ ਵੋਟ ਪਰਸੈਂਟ ਆਲਮੋਸਟ 8-9% ਡਾਊਨ ਚਲਾ ਗਿਆ। ਉਦੋਂ 28% ਤੇ 20% ਰਹਿ ਗਿਆ ਲੋਕ ਸਭਾ 'ਚ 2019 'ਚ ਆ ਕੇ ਉਹਦਾ। ਇਹ ਤਾਂ ਸਭ ਨੂੰ ਦਿਖਾਈ ਦਿੰਦਾ, ਤੱਥ ਤਾਂ ਸਭ ਦੇ ਸਾਹਮਣੇ ਦਿਖਾਈ ਦੇ ਰਹੇ ਨੇ, ਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਕੋਈ ਗੈਰ ਵਾਜਬ ਗੱਲ ਕਹਿ ਰਹੇ ਨੇ ਕਿ ਤੁਸੀਂ ਕਰ ਲਓ ਤੇ ਇਹਦੇ 'ਤੇ ਚਰਚਾ ਕਰ ਲਓ। ਪਰ ਐਡੀ ਜ਼ਿਆਦਾ ਸੈਂਟਰਲਾਈਜੇਸ਼ਨ ਹੈ, ਐਡਾ ਜ਼ਿਆਦਾ ਦਬਦਬਾ ਹੈ ਪਾਰਟੀਆਂ ਤੇ ਪਰਿਵਾਰਾਂ ਦਾ ਜਾਂ ਇੱਕ ਦੋ ਵਿਅਕਤੀਆਂ ਦਾ, ਜੇ ਉਹਨੂੰ ਮਾੜੀ ਮੋਟੀ ਕੋਈ ਚੁਣੌਤੀ ਹੁੰਦੀ ਹੈ ਤਾਂ ਉਹਦਾ ਤਾਕਤਵਰ ਹੋਣ ਦੇ ਬਾਵਜੂਦ ਜਿਹੜੀ ਜ਼ਮੀਨ ਹਿੱਲਣ ਲੱਗ ਜਾਂਦੀ ਹੈ ਵੀ ਜੇ ਕਿਤੇ ਚਰਚਾ ਹੋ ਗਈ ਪਤਾ ਨਹੀਂ ਮੇਰੀ ਤਾਕਤ ਕਮਜ਼ੋਰ ਨਾ ਹੋ ਜੇ। ਇਹੀ ਕਮਜ਼ੋਰੀ ਦੀ ਸਗੋਂ ਜ਼ਿਆਦਾ ਵੱਡੀ ਵਜ੍ਹਾ ਕਾਂਗਰਸ 'ਚ ਵਿੱਚ। ਜੀ ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਹੈਗਾ ਕਾਂਗਰਸ ਦਾ ਅੰਦਰੂਨੀ ਕਾਟੋਕਲੇ ਜਿਹੜਾ ਕੋਈ ਅੱਜ ਦਾ ਨਹੀਂ, ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। ਪਹਿਲਾਂ ਵੀ ਕਈ ਵਾਰ ਕਾਂਗਰਸ ਜਿਹੜੇ ਅਜਿਹੇ ਮਤਭੇਦਾਂ ਜਿਹੜਾ ਨਿਕਲ ਕੇ ਆਈ ਹੈ। ਤੇ ਹੁਣ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ, ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਤੋਂ ਨਵਜੋਤ ਸਿੰਘ ਸਿੱਧੂ ਉਹਦਾ ਜਿਹੜਾ ਆਪਣਾ ਅਸਤੀਫਾ ਦਿੰਦੇ ਨੇ। ਤੇ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਜਿਹੜਾ ਹੈਗਾ ਨਵਜੋਤ ਸਿੱਧੂ ਨੂੰ ਸੱਦਿਆ ਗਿਆ, ਗੱਲਬਾਤ ਲਈ ਬੁਲਾਇਆ ਗਿਆ। ਇਸ ਤੋਂ ਪਹਿਲਾਂ ਵੀ ਕਈ ਮੰਤਰੀ ਵਿਧਾਇਕ ਜਿਹੜੇ ਨੇ ਉਹਨਾਂ ਕੋਲ ਜਾ ਕੇ ਆਏ ਨੇ। ਤੁਹਾਨੂੰ ਕੀ ਲੱਗਦਾ ਹੈ ਵੀ ਕਿ ਇਹ ਜਿਹੜੀ ਗੱਲਬਾਤ ਹੈ ਸਿਰੇ ਚੜ੍ਹ ਸਕੇਗੀ, ਨਵਜੋਤ ਸਿੱਧੂ ਜਿਹੜਾ ਹੈਗਾ ਆਪਣਾ ਅਸਤੀਫਾ ਵਾਪਸ ਲੈ ਸਕਣਗੇ? ਦੇਖੋ, ਜਿਹੜਾ ਕਾਂਗਰਸ ਦਾ ਅੰਦਰੂਨੀ ਵਿਵਾਦ ਸੀ ਸ਼ੁਰੂ ਤੋਂ ਲੈ ਕੇ, ਪਹਿਲਾਂ ਇੱਕ ਨੁਕਾਤੀ ਸੀ, ਪਹਿਲਾਂ ਸਾਰੇ ਇਕੱਠੇ ਹੋਏ, ਇਹਦੇ 'ਚ ਗੇਮ ਇਕੱਠੀ ਸਾਂਝੀ ਸੀ, ਇਨਕਲੂਡਿੰਗ ਰਾਹੁਲ ਗਾਂਧੀ ਤੇ ਇਨਕਲੂਡਿੰਗ ਇੱਥੋਂ ਦੇ ਅਮਰਿੰਦਰ ਦੇ ਵਿਰੋਧੀਆਂ ਦਾ ਜਿਹੜਾ ਸਵਾਲ, ਉਦੋਂ ਤੱਕ ਉਹ ਇਕੱਠੇ ਸੀ ਅਮਰਿੰਦਰ ਨੂੰ ਲਾਉਣ ਤੱਕ। ਅਮਰਿੰਦਰ ਸਿੰਘ ਜਦੋਂ ਲੈ ਗਿਆ ਤਾਂ ਉਦੋਂ ਬਾਅਦ ਕਿਹਨੂੰ ਕਿੰਨਾ ਸ਼ੇਅਰ ਮਿਲੇ, ਕਿਹਦਾ ਕੀ ਮਿਲੇ, ਇਹ ਵੀ ਤਾਂ ਇੱਕ ਗੱਲ ਆਉਣੀ ਸੀ ਨਾ ਉਸੇ ਢੰਗ ਦੇ। ਇਸੇ ਕਰਕੇ ਪਹਿਲਾਂ ਹੀ ਲੜਾਈ ਚਰਨਜੀਤ ਚੰਨੀ ਬਣਨ ਤੋਂ ਪਹਿਲਾਂ ਜਾਖੜ ਨੂੰ ਹਟਾਉਣਾ, ਫਿਰ ਰੰਧਾਵੇ ਤੇ ਸਿੱਧੂ ਦੇ ਦਰਮਿਆਨ ਵੀ ਇੱਕ ਕਟਾਕਸ ਖੜੀ ਦਿਖਾਈ ਦੇ ਰਹੀ ਹੈ, ਇੱਕ ਦੀਵਾਰ ਖੜੀ ਦਿਖਾਈ ਦੇ ਰਹੀ ਹੈ। ਸੁਖਜਿੰਦਰ ਰੰਧਾਵੇ ਦੇ ਡਿਪਟੀ ਚੀਫ ਮਿਨਿਸਟਰ ਜੇ ਉਹ ਬਣ ਗਏ ਨੇ, ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਦਿਖਾਈ ਦੇ ਰਹੀਆਂ ਨੇ। ਔਰ ਜਦੋਂ ਫਿਰ ਚੀਫ ਮਿਨਿਸਟਰ ਬਣਿਆ ਚਰਨਜੀਤ ਸਿੰਘ ਚੰਨੀ, 2-3 ਦਿਨ ਤਾਂ ਮੇਰੇ ਖਿਆਲ ਕੋਈ ਪ੍ਰੋਬਲਮ ਨਹੀਂ ਸੀ, ਨਾ ਨਵਜੋਤ ਸਿੱਧੂ ਨੂੰ ਪ੍ਰੋਬਲਮ ਸੀ ਤੇ ਨਾ ਚਰਨਜੀਤ ਚੰਨੀ ਨੂੰ, ਬਲਕਿ ਉਹ ਥੋੜ੍ਹਾ ਜਿਹਾ ਇਹ ਐਂਗਲ ਲੈਂਦਾ ਰਿਹਾ, ਮਤਲਬ ਕਿ ਮੇਰੀ ਜ਼ਿਆਦਾ ਚੱਲਦੀ ਹੈ, ਮੈਂ ਕਰੂੰਗਾ। ਪਹਿਲੀ ਕੈਬਨਿਟ ਤੋਂ ਬਾਅਦ ਵੀ ਇਹੀ ਗੱਲ ਕੀਤੀ, ਅੰਮ੍ਰਿਤਸਰ ਜਾਣ ਵੇਲੇ ਵੀ ਇਹੀ ਗੱਲ ਕੀਤੀ। ਇਹ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਵਾਪਰਦੀਆਂ ਰਹੀਆਂ ਤੇ ਇਸ ਤੋਂ ਬਾਅਦ ਨਾਮ ਚੱਲਦੇ ਰਹੇ, ਕਦੇ ਐਡਵੋਕੇਟ ਜਨਰਲ ਕੌਣ ਹੋਏਗਾ, ਕਦੇ DGP ਕੌਣ ਹੋਏਗਾ, ਕਦੇ ਵੱਖ-ਵੱਖ ਟਾਈਪ ਦੇ ਲੋਕ ਕੌਣ ਹੋਣਗੇ, ਇਹ ਸਾਰੀਆਂ ਗੱਲਾਂ ਦੇ ਉੱਤੇ। ਤੇ ਹੁਣ ਅਗਲੀ ਗੱਲ ਇਹ ਹੈ ਕਿ ਮਿਨਿਸਟਰੀ ਬਣ ਗਈ, ਮਿਨਿਸਟਰੀ ਦੇ ਵਿੱਚ ਕਿਹਾ ਜਾ ਰਿਹਾ ਰਾਣੇ ਗੁਰਜੀਤ 'ਤੇ ਸਵਾਲ ਉਠਾਇਆ ਸੀ ਤੇ ਫਿਰ ਉਹਦੇ ਡਿਪਾਰਟਮੈਂਟ 'ਤੇ ਉਠਾਇਆ ਜਾਂ ਬਾਕੀ 1-2 ਗੱਲਾਂ 'ਤੇ। ਕੀ ਉਹਨੂੰ ਇਹ ਲੱਗ ਰਿਹਾ ਕਿ ਬਾਕੀ ਦੇ ਸਾਰੇ ਮਤਲਬ ਜਿਹੜੇ ਮਿਨਿਸਟਰ ਸੀ ਜਾਂ ਨਾਨ ਮਿਨਿਸਟਰ ਦੂਜੇ ਵੀ ਉਹ ਸਾਫ ਸੁਥਰੇ ਨੇ, ਜਾਂ ਕਿਸੇ ਇੱਕ ਗੱਲ 'ਤੇ ਇੱਕ ਸਿੰਬਲ, ਸਾਰੀ ਗੱਲ ਸਿੰਬਲ ਬਹੁਤ ਇੰਪੋਰਟੈਂਟ ਹੁੰਦਾ, ਪਰ ਕੇਵਲ ਸਿੰਬਲ ਦੇ ਆਲੇ ਦੁਆਲੇ ਘੁੰਮ ਜਾਂਦੀ ਹੈ ਗੱਲ। ਤੇ ਮੈਨੂੰ ਇਹ ਲੱਗਦਾ ਕਿ ਇਹਦੇ ਪਿੱਛੇ 2-3 ਗੱਲਾਂ ਬੜੀਆਂ ਜ਼ਰੂਰੀ ਨੇ। ਇੱਕ, ਚੰਨੀ ਦਾ ਚਾਹੇ ਬਾਈ ਡਿਫਾਲਟ ਚੀਫ ਮਿਨਿਸਟਰ ਬਣਨਾ, ਚੀਫ ਮਿਨਿਸਟਰ ਬਣ ਕੇ ਜਿਹੜੇ ਤਰੀਕੇ ਨਾਲ ਉਹ ਲੋਕਾਂ 'ਚ ਵਿਚਰ ਰਿਹਾ ਤੇ ਉਹਦੀ ਗੁੱਡਵਿਲ ਮੁਕਾਬਲਤਨ ਦੂਜਿਆਂ ਦੇ ਬਣਨਾ, ਕਿਉਂਕਿ ਇੱਕ ਅਲੱਗ ਟਾਈਪ ਦਾ ਚੀਫ ਮਿਨਿਸਟਰ ਵਜੋਂ ਦੇਖ ਰਹੇ ਨੇ ਲੋਕ। ਤੇ ਹਰ ਜਿਹੜਾ ਪੰਜਾਬ ਦਾ ਜਿਹੜਾ ਉਹ ਆਗੂ ਹੈ, ਜਿਹੜਾ ਦਾਅਵੇਦਾਰ ਸੀ ਚੀਫ ਮਿਨਿਸਟਰ ਦਾ ਕਾਂਗਰਸ ਦੇ ਵਿੱਚੋਂ, ਉਹਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਸੌਖਾ ਕੰਮ ਨਹੀਂ ਹੈ ਰਿਪਲੇਸ ਕਰਨਾ ਜਾਂ ਇੱਕੋ ਵਾਰ ਕੋਈ ਵੀ ਉਹ ਚੀਜ਼ ਕਰ ਦੇਗੀ। ਇੱਕ ਤਾਂ ਉਹ ਗੱਲ ਹੈ। ਦੂਜੀ ਗੱਲ ਇਹ ਠੀਕ ਹੈ ਜਦੋਂ ਪਰਸੈਪਸ਼ਨ ਹੁੰਦੀ ਹੈ ਕਿ ਤੁਸੀਂ ਪੰਜਾਬ 'ਚ ਇੱਕ ਨਾਜ਼ੁਕ ਮਾਹੌਲ ਹੈ, ਖਾਸ ਤੌਰ 'ਤੇ ਜਿਹੜਾ ਕੀਤਾ AG ਤੇ DGP ਦੀ ਚੋਣ ਦੇ ਵਿੱਚ ਜੇ ਧਿਆਨ ਰੱਖ ਲਿਆ ਜਾਂਦਾ ਇਹਨਾਂ ਗੱਲਾਂ ਦਾ, ਪਤਾ ਨਹੀਂ ਮੁੱਖ ਮੰਤਰੀ ਦੇ ਐਡਵਾਈਜ਼ਰ ਕੌਣ ਹੋਣਗੇ, ਕੀ ਹੋਣਗੇ, ਤੇ ਜਿਨ੍ਹਾਂ ਨੇ ਇਹ ਸਲਾਹ ਦਿੱਤੀ ਹੋਣੀ ਹੈ ਕਿ ਤੁਸੀਂ ਇਹਨੂੰ ਲਾ ਲਓ, ਕਿਉਂਕਿ ਬਹੁਤ ਛੋਟੀਆਂ ਗੱਲਾਂ ਉਛਾਲੀਆਂ ਜਾਂਦੀਆਂ ਨੇ। ਵੈਸੇ ਤਾਂ ਵਿਰੋਧੀ ਉਛਾਲਦੇ ਨੇ ਪਰ ਇੱਥੇ ਅੰਦਰੋਂ ਵੀ ਉਛਲਦੀਆਂ ਨੇ ਉਸ ਟਾਈਪ 'ਤੇ ਵੀ ਇਹ ਦੋ ਬੰਦੇ ਜੇਕਰ ਇਸ ਲੈਵਲ 'ਤੇ ਨੇ ਤਾਂ ਇਹ ਗੱਲ ਨਹੀਂ ਵਾਪਰਨੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਖਲਾਕ ਦੇ ਤੌਰ 'ਤੇ ਸਾਡਾ ਐਡਾ ਵੱਡਾ ਹੀ ਇਖਲਾਕ ਹੈ
ਸਾਰੇ ਬੰਦੇ ਜੇਕਰ ਉਹ ਤਾਂ ਇਹਦਾ ਮਤਲਬ ਜੇ ਫਿਰ ਤਾਂ ਪਹਿਲੇ ਦਿਨ ਹੀ ਜਦੋਂ ਰਾਣਾ ਗੁਰਜੀਤ ਦੀ ਗੱਲ ਨਹੀਂ ਮੰਨੀ ਸੀ ਵੀ ਰਾਣਾ ਗੁਰਜੀਤ ਨੂੰ ਦੁਬਾਰਾ ਲਿਆਂਦਾ ਰੇਤ ਦੇ ਤੌਰ ਤੇ ਜੇਕਰ ਐਲੀਗੇਸ਼ਨ ਲੱਗੇ ਸੀ ਤਾਂ ਉਦੋਂ ਕਿਉਂ ਨਹੀਂ ਅਸੀਂ ਉੱਥੇ ਤੱਕ ਗਏ। ਉਸ ਤੋਂ ਬਾਅਦ ਹੋਰ ਜਿੰਨੇ ਵੀ ਸਵਾਲ ਸਾਡੇ ਸਾਹਮਣੇ ਨੇ ਤੇ ਜੇ ਇਖਲਾਕ ਦਾ ਹੀ ਸਵਾਲ ਹੈ ਤਾਂ ਇਹ ਸਵਾਲ ਵੀ ਪੁੱਛਿਆ ਜਾਣਾ ਬਣਦਾ ਹੈ ਨਵਜੋਤ ਸਿੱਧੂ ਤੋਂ ਵੀ ਕਿ ਤੇਰਾ ਜਿਹੜਾ ਸਟ੍ਰੈਟਜੀਕਲ ਅਫੇਅਰ ਦਾ ਐਡਵਾਈਜ਼ਰ ਹੈ ਉਹਦੇ ਤੇ ਕਿੰਨੇ ਮੁੰਡਿਆਂ ਨੂੰ ਮਾਰਨ ਦੇ ਦੋਸ਼, ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਲੱਗਦੇ ਹੀ ਰਹੇ ਨੇ ਲਗਾਤਾਰ। ਸਾਬਤ ਨਹੀਂ ਹੋਏ ਤਾਂ ਕਿੰਨਿਆਂ ਤੇ ਨਹੀਂ ਹੋਏ, ਸਾਬਤ ਕਿਹਦੇ ਤੇ ਹੋ ਗਏ ਜੇ ਬਾਕੀ ਦੀਆਂ ਗੱਲਾਂ ਕਰਦੇ। ਇਕੱਲਾ ਸਾਬਤ ਤਾਂ ਸਟੇਟ ਨਾਲ ਰਲੀ ਹੁੰਦੀ ਹੈ। ਸਟੇਟ ਹਰ ਉਸ ਪੁਲਿਸ ਅਫਸਰ ਦੇ ਨਾਲ ਹੈ ਜਿਹਨੇ ਸਟੇਟ ਦੇ ਕਹੇ ਤੇ ਕੰਮ ਕੀਤਾ ਹੈ, ਚਾਹੇ ਬੰਦੇ ਮਾਰੇ ਹੋਣ, ਚਾਹੇ ਜੋ ਮਰਜ਼ੀ ਕੀਤਾ ਹੋਵੇ, ਚਾਹੇ ਲੁੱਟਮਾਰ ਕੀਤੀ ਹੋਵੇ, ਸਟੇਟ ਉਹਦੇ ਨਾਲ ਹੈ। ਤਾਂ ਤੁਹਾਡਾ ਜੇ ਅੱਜ ਤੁਹਾਡਾ ਐਡਵਾਈਜ਼ਰ ਹੈ ਜੇ ਪ੍ਰਧਾਨ ਉਹ ਬਣ ਸਕਦਾ ਤੇ ਕੱਲ੍ਹ ਨੂੰ ਚੀਫ ਮਿਨਿਸਟਰ ਬਣ ਜਾਓਗੇ ਤਾਂ ਵੀ ਤੁਹਾਡਾ ਐਡਵਾਈਜ਼ਰ ਕਿਉਂ ਨਹੀਂ ਬਣ ਸਕਦਾ? ਤੁਸੀਂ ਦੱਸੋ ਕਿਉਂ ਨਹੀਂ? ਫਿਰ ਤੁਹਾਡੇ ਤੇ ਸਵਾਲ ਕਿਉਂ ਨਹੀਂ ਹੈ? ਤੁਸੀਂ ਕੁਝ ਦਿਨ ਪਹਿਲਾਂ ਹੀ ਮਤਲਬ 31 ਅਗਸਤ ਨੂੰ ਬੇਅੰਤ ਸਿੰਘ ਉਹਨਾਂ ਦੇ ਸਮਾਧ 'ਤੇ ਜਾਂਦੇ ਹੋ ਤੇ ਬੇਅੰਤ ਸਿੰਘ ਉਹਨਾਂ ਨੂੰ ਗ੍ਰੇਟ ਲੀਡਰ, ਫਿਲਾਸਫਰ ਤੇ ਸਾਰਾ ਕੁਝ ਪੰਜਾਬ ਨੂੰ ਅਮਨ ਸ਼ਾਂਤੀ ਦੇਣ ਵਾਲੇ ਦੇ ਤੌਰ ਤੇ ਡਿਕਲੇਅਰ ਕਰਦੇ ਹੋ। ਪੰਜਾਬ ਦੀ ਸਿੱਖ ਸਾਈਕੀ ਕੀ ਬੇਅੰਤ ਸਿੰਘ ਨੂੰ ਹੀਰੋ ਮੰਨਦੀ ਹੈ? ਪੰਜਾਬ ਦੇ ਵਿੱਚ ਇਹ ਦੋ ਗੱਲਾਂ ਨੇ, ਇਹਨਾਂ ਗੱਲਾਂ ਨੂੰ ਪੰਜਾਬ ਨੂੰ ਨਾ ਮੇਚ ਕੇ ਸਾਡੇ ਸਬ ਟਾਈਪ ਦੇ ਲੀਡਰਾਂ ਨੂੰ ਸਮਝਣਾ ਪਏਗਾ ਕਿ ਬਹੁਤ ਜ਼ਿਆਦਾ ਇੱਕ ਦੁਫੇੜ ਹੈ ਇਸ ਸਾਰੇ ਮਾਮਲੇ ਦੇ ਵਿੱਚ। ਇਹ ਸੈਂਸਿਟੀਵਿਟੀ ਨੂੰ ਕਿਵੇਂ ਟੈਕਲ ਕਰਨਾ ਇਹ ਅਲੱਗ ਸਵਾਲ ਹੈ। ਔਰ ਜਿਹੜੇ ਦਿੱਲੀ ਦੇ ਸ਼ਹੀਦ ਨੇ ਉਹ ਪੰਜਾਬ ਦੀ ਪਾਪੂਲੇਸ਼ਨ ਦੇ ਇੱਕ ਵੱਡੇ ਹਿੱਸੇ ਦੇ ਸ਼ਹੀਦ ਨਹੀਂ ਹੈ। ਬੇਅੰਤ ਸਿੰਘ ਹੋਣੀ ਸ਼ਹੀਦ ਨੇ, ਉਹਦੇ ਪਰਿਵਾਰ ਦੇ ਵੀ, ਇੱਕ ਸੈਕਸ਼ਨ ਦੇ ਵੀ ਤੇ ਦਿੱਲੀ ਦੀ ਗਵਰਨਮੈਂਟ ਦੇ ਵੀ ਉਹਨਾਂ ਨੂੰ ਲੱਗ ਰਿਹਾ। KPS ਗਿੱਲ ਬਹੁਤ ਐਫੀਸ਼ੀਐਂਟ ਅਫਸਰ ਨੇ, ਸੁਪਰ ਕਾਪ ਨੇ ਔਰ ਪੰਜਾਬ 'ਚ ਸ਼ਾਂਤੀ ਲਿਆਉਣ ਵਾਲੇ ਇੱਕ ਗਰੁੱਪ ਦੇ ਲਈ ਨੇ ਜੀ, ਪਰ ਪੰਜਾਬ ਦੇ ਵੱਡੇ ਸੈਕਸ਼ਨ ਲਈ ਨਹੀਂ। ਉਹ ਇਹ ਕਹਿ ਰਹੇ ਨੇ ਕਿ ਕਾਤਲ ਨੇ, ਇਹਨਾਂ ਨੇ ਸਾਡੇ ਮੁੰਡੇ ਮਾਰੇ ਨੇ, ਸਾਡਾ ਬਾਕੀ ਕੀਤਾ, ਸਾਡੇ ਘਰ ਉਜਾੜੇ ਨੇ। ਇਸੇ ਤਰ੍ਹਾਂ ਸਤਵੰਤ ਸਿੰਘ, ਕੇਹਰ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਕਤਲ ਕੀਤਾ ਤੇ ਹਰ ਸਾਲ ਮਤਲਬ ਦਰਬਾਰ ਸਾਹਿਬ 'ਚ ਉੱਥੇ ਹੁੰਦੀ ਹੈ, ਅਰਦਾਸ ਹੁੰਦੀ ਹੈ ਤੇ ਮਨਾਇਆ ਜਾਂਦਾ ਹੈ, ਜੇ ਸ਼ਹੀਦ ਸਾਰਾ ਕੁਛ ਮਨਾਇਆ ਜਾਂਦਾ। ਇਹ ਗੱਲਾਂ ਉਸ ਦੌਰ ਦੀਆਂ ਨੇ ਤੇ ਇਹ ਸਾਈਕੀ ਦੀਆਂ ਗੱਲਾਂ ਨੇ, ਫਿਰ ਵੀ ਸਾਰੇ ਨਾਲ ਚੱਲਦੇ ਨੇ। ਜਦੋਂ ਕੋਈ ਪਿੰਨ ਪੁਆਇੰਟ ਕਰਕੇ ਉਹਨਾਂ ਨੂੰ ਉਠਾਉਂਦਾ ਹੈ ਤਾਂ ਜਾਂ ਤਾਂ ਤੁਸੀਂ ਇੱਕ ਲਾਈਨ 'ਚ ਖੜ ਕੇ ਕਹੋ ਪਹਿਲਾਂ ਤੋਂ ਹੀ ਕਿ ਮੈਂ ਇਸੇ ਲੈਵਲ ਦਾ ਜੀ। ਤੁਹਾਨੂੰ ਗੋਧਰਾ ਕਾਂਡ ਨਾਲ BJP 'ਚ ਕੋਈ ਪ੍ਰੋਬਲਮ ਨਹੀਂ, 3 ਵਾਰ ਮੈਂਬਰ 'ਚ ਪਾਰਲੀਮੈਂਟ ਰਹਿ ਕੇ, ਤੇ ਤੁਹਾਨੂੰ ਦਿੱਲੀ ਦੇ ਵਿੱਚ ਜੋ ਵਾਪਰਿਆ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਇੰਨਾ ਚਿਰ ਰਹਿ ਕੇ। ਉਹ ਸਾਰੇ ਮਾਮਲੇ ਦੇ ਵਿੱਚ ਹੀ ਆ ਜਿਹੜਾ ਹੁਣ ਵੀ ਸ਼ਹੀਨ ਬਾਗ ਦੇ ਨਾਲ ਜਾਂ ਬਾਕੀ ਦੇ ਨਾਲ 370 ਤੋੜਤੀ, ਤੁਸੀਂ ਕੋਈ ਬਹੁਤ ਜ਼ਿਆਦਾ ਕਦੇ ਨਹੀਂ ਉਸ ਲੈਵਲ 'ਤੇ ਖੜੇ ਕਿ ਜੀ ਫੈਡਰਲਿਜ਼ਮ ਦਾ ਜਾਂਦਾ ਜਾਂ ਬਾਕੀ ਦੀਆਂ ਗੱਲਾਂ। ਜਿਹੜੇ ਇਖਲਾਕ ਐ ਨਹੀਂ ਨਾ ਵੀ ਇੱਥੇ ਮੇਰਾ ਇਖਲਾਕ ਕੱਢਦਾ ਇੱਥੇ ਨਹੀਂ ਕੱਢਦਾ। ਇਨਸਾਨੀਅਤ ਦੇ ਪ੍ਰਤੀ ਅਪਰੋਚ ਤਾਂ ਤੁਹਾਡੀ ਇੱਕ ਅਪਰੋਚ ਦਿਖਾਈ ਦੇ ਤਾਂ ਮੋਰਲ ਹਾਈ ਗਰਾਊਂਡ ਤੁਸੀਂ ਲੈ ਸਕਦੇ ਹੋ। ਬਿਲਕੁਲ, ਇਸ ਲਈ ਉਹਦੇ 'ਚ ਉਹ ਉਸ ਵੱਡੇ ਪੱਧਰ ਦਾ ਮੋਰਲ ਹਾਈ ਗਰਾਊਂਡ ਦਾ ਸਵਾਲ ਨਹੀਂ ਹੈ ਨਵਜੋਤ ਸਿੱਧੂ ਦਾ, ਜਿਹੜੇ ਤੇ ਉਹ ਲੈਣ ਦੀ ਗੱਲ ਕਰਦਾ। ਜਿਹੜੀਆਂ ਵੀ ਚੀਜ਼ਾਂ ਉਦੋਂ ਬਾਅਦ ਲਗਾਤਾਰ ਵਾਪਰਦੀਆਂ ਆ ਰਹੀਆਂ ਨੇ ਤੇ ਇਹਨਾਂ ਗੱਲਾਂ ਨੂੰ ਦੇਖਣ ਦਾ ਸਵਾਲ ਹੁੰਦਾ। ਠੀਕ ਹੈ, ਲੌਜੀਕਲੀ ਤੁਸੀਂ ਕਹੋ ਤੇ ਇਹਨਾਂ ਗੱਲਾਂ ਦੇ ਵਿੱਚ ਦੇਖੋ ਤੁਹਾਡੀ ਪਾਵਰ ਹੋਣੀ ਚਾਹੀਦੀ ਹੈ ਜਾਂ ਨਹੀਂ। ਇਹ ਲੜਾਈ ਕੋਈ ਆਪਣੀ, ਹਰੇਕ ਬੰਦਾ ਲੜਦਾ ਹੈ, ਸੱਤਾ ਦੇ ਵਿੱਚ ਲੜਾਈ ਵੀ ਲੜਦਾ ਹੈ, ਪਰ ਤੁਸੀਂ ਇਹ ਜ਼ਰੂਰ ਦੇਖੋ ਕਿ ਸਾਰਾ ਸਮਾਜ ਇਕੱਲੀਆਂ ਤੁਹਾਡੀ ਹਰ ਗੱਲ ਨੂੰ ਨਹੀਂ ਉਵੇਂ ਸਮਝ ਲਏਗਾ ਜਿਵੇਂ ਤੁਸੀਂ ਸਮਝਾਉਣਾ ਚਾਹੁੰਦੇ ਹੋ। ਉਹ ਤੋਂ ਅਲੱਗ ਦੀਆਂ ਚੀਜ਼ਾਂ ਦੇ ਵੀ ਜਵਾਬ ਤੁਹਾਨੂੰ ਦੇਣੇ ਪੈਣਗੇ। ਔਰ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਸਾਰਾ ਮਾਹੌਲ ਪੰਜਾਬ ਦੇ ਵਿੱਚ ਹੈ 3 ਮਹੀਨਿਆਂ 'ਚ ਇਹਨਾਂ ਤੋਂ ਬਹੁਤ ਕੁਝ ਨਹੀਂ ਹੋਣਾ। ਇੰਨਾ ਕਾਟੋ ਕਲੇਸ਼ ਹੈ, ਜੋ ਵੀ ਕਰ ਲਓਗੇ ਅਫਸਰਾਂ ਨੇ ਨਹੀਂ ਕੰਮ ਕਰਨਾ। ਔਰ ਸਾਰੇ ਸਾਹਮਣੇ ਦਿੱਤਾ ਗਿਆ ਨਰਮਾ ਮਰ ਰਿਹਾ, ਨਰਮੇ 'ਚ 3 ਲੱਖ ਹੈਕਟੇਅਰ 'ਚੋਂ 1.5 ਲੱਖ ਹੈਕਟੇਅਰ ਬਰਬਾਦ ਹੋ ਗਿਆ। ਰੋਜ਼ ਉਹ ਲਾਗ ਦੀ ਬਿਮਾਰੀ ਵਾਂਗ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਬਿਮਾਰੀ ਸੁੰਡੀ ਜਿਹੜੀ ਹੈ, ਤੇ ਇਹਨਾਂ ਤੋਂ ਫੈਸਲਾ ਨਹੀਂ ਹੋ ਰਿਹਾ। FCD ਕੋਈ ਨਹੀਂ ਹੈ ਉਦੋਂ ਤੋਂ ਲੈ ਕੇ ਜਦੋਂ ਦਾ ਅਨੁਰੁੱਧ ਤਿਵਾੜੀ ਚੀਫ ਸੈਕਟਰੀ ਬਣਾਇਆ। ਫਾਈਲਾਂ 'ਤੇ ਦਸਤਖਤ ਕਰਨ ਲਈ ਤੁਹਾਡੇ ਕੋਲ ਬੰਦਾ ਨਹੀਂ ਹੈ ਤੇ ਤੁਸੀਂ ਕੀ ਕਰ ਰਹੇ ਹੋ? ਤੇ ਖੇਤੀਬਾੜੀ ਅਧਿਕਾਰੀਆਂ ਨੂੰ ਭੇਜ ਦਿੰਦੇ ਆ, ਉੱਥੇ ਲੋਕਾਂ ਦੀਆਂ ਗਾਲਾਂ ਗੂਲਾਂ ਖਾਈ ਜਾਂਦੇ ਨੇ ਤੇ ਉਹ ਨਹੀਂ ਹੈ। ਤੇ ਹੁਣ ਟੈਂਡਰ ਖੋਲ੍ਹਣਗੇ ਅਜੇ 1 ਤਰੀਕ ਨੂੰ, ਕੱਲ੍ਹ ਨੂੰ ਟੈਂਡਰ ਖੋਲ੍ਹਣ ਤੋਂ ਬਾਅਦ ਕਦੋਂ ਆਏਗਾ ਕਦੋਂ ਨਹੀਂ ਆਏਗਾ। ਤੇ 1,10,000 ਲੀਟਰ ਦਵਾਈ ਚਾਹੀਦੀ ਹੈ ਤੁਹਾਨੂੰ, ਅਜੇ ਤੱਕ 500 ਲੀਟਰ ਤੁਸੀਂ ਪਰਚੇਜ ਕਰ ਸਕੇ ਹੋ। ਲੋਕਾਂ ਨੂੰ ਮਾਰ ਰਹੇ ਹੋ, ਸਿੱਧੇ ਤੌਰ 'ਤੇ ਦਿਖਾਈ ਦੇ ਰਹੇ ਹੋ। ਇਹ ਇਸ਼ੂ ਕਿਉਂ ਨਹੀਂ ਹੈ? ਜੇਕਰ ਕਿਸਾਨਾਂ ਦੀ ਹਤੈਸ਼ੀ ਦੀ ਗੱਲ ਹੈ, ਬਾਕੀ ਹੈ ਗੌਰਮੈਂਟ ਤਾਂ 12,000 ਰੁਪਈਏ ਦੇਊਗੀ, 55,000 ਰੁਪਈਏ ਠੇਕਾ ਉਹਨਾਂ ਦਾ, ਤੇ ਬਾਕੀ ਗੱਲਾਂ ਛੱਡ ਵੀ ਦਿਓ। ਇਹ ਸਾਰੇ ਸਵਾਲ ਨੇ ਜਿਹੜੇ ਲੋਕਾਂ ਦੇ ਪੱਖ ਦੇ ਵੀ ਮਾਮਲੇ ਹੁੰਦੇ ਨੇ, ਉਹਨਾਂ ਨੂੰ ਵੀ ਧਿਆਨ 'ਚ ਦੇਖਣਾ ਚਾਹੀਦਾ। ਇਕੱਲੇ ਇੱਕ ਗੱਲ 'ਚ ਕੌਣ ਬਣ ਗਿਆ ਕੌਣ ਨਹੀਂ, ਇਹ 'ਚੋਂ ਲੋਕਾਂ ਦੇ ਇਸ਼ੂ ਬਿਲਕੁਲ ਬਾਈਪਾਸ ਕਰਕੇ ਸਾਰਾ ਮੀਡੀਆ ਤੇ ਸਾਰਾ ਟ੍ਰੈਂਡ ਉਹਦੇ 'ਤੇ ਕਰਕੇ ਫੋਕਸ ਕਰਕੇ ਦੇ ਦਿਓ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ। ਤੇ ਉਧਰ ਧਿਆਨ ਉਹ ਏਜੰਡਾ ਤੇ ਪਰਦਾ ਪਾ ਕੇ ਅਸੀਂ ਦੂਜੇ ਜਿਹੜੇ ਇੱਕ ਕਾਲਪਨਿਕ ਏਜੰਡੇ ਨੇ ਉਹ ਬਣਾਉਣ 'ਚ ਜਿਹੜੇ ਰੋਲ ਪਲੇ ਕਰਦੇ ਨੇ, ਮੈਨੂੰ ਲੱਗਦਾ ਕਿ ਉਹ ਬਹੁਤ ਵੱਡੇ ਕਿਸਾਨੀ ਦੇ ਜਾਂ ਲੋਕਾਂ ਦੇ ਹਮੈਤੀ ਨਹੀਂ ਹੋ ਸਕਦੇ। ਜੀ,
ਹਮੀਰ ਜੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਦੇ ਪੰਜਾਬ ਦੌਰੇ ਤੇ ਆਉਂਦੇ ਨੇ ਤੇ ਅੱਜ ਪੰਜਾਬ ਲਈ ਦੂਜਾ ਵੱਡਾ ਐਲਾਨ ਕਰਦੇ ਨੇ ਵੀ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਉਹ ਲੋਕਾਂ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਦੇਣ ਦਾ ਜਿਹੜਾ ਵਾਅਦਾ ਕਰ ਚੁੱਕੇ ਨੇ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਇਹ ਫ੍ਰੀ ਦਾ ਸੈਟਅਪ ਹੈ। ਵੈਸੇ ਤਾਂ ਇੱਕ ਗੱਲ ਹੋਣੀ ਚਾਹੀਦੀ ਹੈ, ਜਿਵੇਂ ਸਿਹਤ ਤੇ ਐਜੂਕੇਸ਼ਨ ਇਹ ਫੰਡਾਮੈਂਟਲ ਰਾਈਟ ਹੋਣੇ ਚਾਹੀਦੇ ਨੇ ਔਰ ਬੁਨਿਆਦੀ ਤੌਰ ਤੇ ਇਹ ਸਟੇਟਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਇਹ ਗੱਲ ਠੀਕ ਹੈ, ਪਰ ਕੱਲੇ ਰਿਆਇਤਾਂ ਹੀ ਰਿਆਇਤਾਂ ਅਨਾਉਂਸ ਕਰੋਗੇ ਤੁਸੀਂ, ਤੇ ਜੇ ਤੁਹਾਨੂੰ ਕੋਈ ਪੁੱਛਦਾ ਪੈਸੇ ਕਿੱਥੋਂ ਲਿਆਓਗੇ, ਅਸੀਂ ਜੀ ਕਰਪਸ਼ਨ ਦੂਰ ਕਰਾਂਗੇ। ਕੱਲੀਆਂ ਕਰਪਸ਼ਨਾਂ ਨਾਲ ਮਾਮਲਾ ਨਹੀਂ ਫਾਈਨਾਂਸ ਦਾ ਹੁੰਦਾ। ਫਾਈਨਾਂਸ ਜੇ ਅਮਰੀਕਾ ਦੀ ਗੌਰਮੈਂਟ ਡੋਲ ਰਹੀ ਹੈ, ਜੇਕਰ ਕੈਨੇਡਾ ਦੀ ਗੌਰਮੈਂਟ ਅੱਜ ਕੱਲ੍ਹ ਡੋਲਣ ਲੱਗੀ ਹੈ ਕਿ ਕਰਜ਼ਾ ਬਹੁਤ ਚੜ੍ਹ ਗਿਆ ਤੇ ਇਹਦਾ ਕਿਵੇਂ ਉਤਾਰਾਂਗੇ, ਇਹਦਾ ਮਤਲਬ ਇਹ ਨਹੀਂ ਕਿ ਉਹ ਨੌਨ ਕਰਪਟ ਨੇ ਜਾਂ ਕਰਪਟ ਨੇ। ਕਰਪਸ਼ਨ ਇੱਕ ਰੋਲ ਹੁੰਦਾ ਹੈ ਜੀ, ਪਰ ਕੱਲਾ ਇੰਨੇ ਨਾਲ ਕੰਮ ਨਹੀਂ ਚੱਲਣਾ ਕਿ ਤੁਸੀਂ ਜੋ ਬੋਲ ਦੋਗੇ ਉਹੀ ਚੱਲ ਜਾਊਗਾ। ਅਤੇ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਇੱਕ ਇਹ ਚਾਹੁੰਦੇ ਹੋ ਕਿ ਬਾਕੀ ਪਾਰਟੀਆਂ ਐਵੇਂ ਨੇ ਹਰੇਕ ਨੂੰ ਗੱਲ ਕਰਕੇ ਅਸੀਂ ਲੋਕਾਂ ਦੇ ਹਮਾਇਤੀ ਹਾਂ। ਲੋਕਾਂ ਦੇ ਕੀ ਹਮਾਇਤੀ ਹੋ? ਇਹਨਾਂ ਵੱਡਿਆਂ ਮੁੱਦਿਆਂ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਨਾ ਫੈਡਰਲਿਜ਼ਮ ਦੀ ਗੱਲ ਕਰਦੇ ਹੋ, ਨਾ ਲੋਕਾਂ ਦੀ ਇੰਪਾਵਰਮੈਂਟ ਦੀ ਗੱਲ ਕਰਦੇ ਹੋ। ਤੁਸੀਂ ਕਹਿ ਰਹੇ ਹੋ ਕੇਜਰੀਵਾਲ ਦਾ ਵਾਅਦਾ ਹੈ ਇਹ। ਕੇਜਰੀਵਾਲ ਪੰਜਾਬ ਦਾ ਚੀਫ ਮਿਨਿਸਟਰ ਬਣਨ ਜਾ ਰਿਹਾ। ਕਿਹਦਾ ਵਾਅਦਾ? ਕਿਉਂ? ਫਿਰ ਪੰਜਾਬ ਵਾਲੀ ਪਾਰਟੀ ਕੀ ਕਰੂ? ਉਹਦਾ ਵਾਅਦਾ ਕਿਉਂ ਨਾ ਹੋਏ ਜੀ? ਕੇਜਰੀਵਾਲ ਦਾ ਵਾਅਦਾ ਨਹੀਂ, ਕੇਜਰੀਵਾਲ ਦੀ ਗਰੰਟੀ। ਇਹ ਤਾਂ ਮਤਲਬ ਤਾਕਤ ਕੇਜਰੀਵਾਲ ਕੋਲ ਰਹਿਣੀ ਹੈ ਨਾ, ਜਾਂ ਪੰਜਾਬ ਦਾ ਜਿਹੜਾ ਵੀ ਬਣਾਓਗੇ ਉਹਦੇ ਕੋਲ ਰਹਿਣੀ ਹੈ। ਬਿਲਕੁਲ। ਕਿਹਨੇ ਬਣਾਉਣੀ ਹੈ? ਅਸਲ 'ਚ ਪੰਜਾਬ ਦੀ ਸਰਕਾਰ ਬਣਾਉਣੀ ਹੈ। ਇਹ ਸਾਰੀਆਂ ਗੱਲਾਂ ਨੇ। ਈਵਨ ਬਾਕੀ ਦੀਆਂ ਪਾਰਟੀਆਂ ਵੀ ਜਿਹੜੀਆਂ ਨੇ ਉਹ ਸੈਂਟਰਲਾਈਜ਼ਡ ਨੇ, ਪਰ ਫਿਰ ਵੀ ਉਹ ਕਈ ਗੱਲਾਂ ਤਾਂ ਇਹ ਕਰਦੀਆਂ ਨੇ ਨਾ, ਜਦੋਂ ਚੋਣ ਲੜਦੀਆਂ ਮੈਨੀਫੈਸਟੋ 'ਚ ਉਹ ਕਹਿੰਦੇ ਨੇ ਆਹ ਸਾਡੀ ਟੀਮ ਹੈ, ਇਹਦੀ ਗੱਲ ਹੈ। ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉੱਥੇ ਬੈਠ ਕੇ ਕਿ ਭਗਵੰਤ ਮਾਨ ਕਈ ਦਿਨਾਂ ਦੇ ਰੁੱਸਣ ਤੋਂ ਬਾਅਦ ਪਹਿਲੀ ਵਾਰ ਕੇਜਰੀਵਾਲ ਨਾਲ ਜਾ ਕੇ ਬੈਠੇ ਆ ਕਿ ਤੁਸੀਂ ਕਦੋਂ ਬਣਾਓਗੇ, ਤੇ ਉਹ ਉਹੀ ਬਖਿਆਨ ਸ਼ੁਰੂ ਕਰਦੇ ਨੇ ਭਗਵੰਤ ਮਾਨ ਇੰਨੇ ਲੱਖ ਦਾ ਮਨੋਰੰਜਨ ਕਰਕੇ ਕਮਾਉਂਦਾ ਸੀ, ਸਾਡੇ ਤੋਂ ਵੀ ਪਹਿਲਾਂ ਇਹ ਆਇਆ, ਇਹ ਲੋਕਾਂ ਲਈ ਆਇਆ, ਇਹ ਅਹੁਦਿਆਂ ਲਈ ਨਹੀਂ ਆਇਆ, ਅਸੀਂ ਵਧੀਆ ਬੰਦਾ ਦਿਆਂਗੇ ਤੁਹਾਨੂੰ। ਤੇ ਇਹਨੂੰ ਕਿਉਂ ਨਹੀਂ ਮਤਲਬ ਕੋਈ ਗੱਲ ਉਸ ਲੈਵਲ 'ਤੇ ਕਾਊਂਟਰ ਸਵਾਲ ਵੀ ਨਹੀਂ ਖੈਰ ਉਹਨੂੰ ਹੋਇਆ ਉਸ ਲੈਵਲ 'ਤੇ ਕਿ ਅਹੁਦੇ ਲਈ ਤਾਂ ਤੁਸੀਂ ਵੀ ਨਹੀਂ ਆਏ। ਫਿਰ ਲਗਾਤਾਰ ਕਨਵੀਨਰ ਤੇ ਚੀਫ ਮਿਨਿਸਟਰੀ ਕਿਉਂ ਰੱਖੀ ਹੋਈ ਹੈ? ਕਿਉਂ ਸੰਵਿਧਾਨ ਬਾਰ-ਬਾਰ ਬਦਲੀ ਜਾ ਰਹੇ ਹੋ ਤੇ ਬਾਕੀ ਲੋਕਾਂ ਨੂੰ ਉਪਦੇਸ਼ ਹੋਰ ਦੇ ਰਹੇ ਹੋ? ਇਹ ਕੁਐਸਚਨ ਤਾਂ ਬਣਦਾ ਹੀ ਹੈ ਉਸ ਮਾਮਲੇ ਦੇ ਉੱਤੇ ਨਾ। ਜਿਹੜੇ ਇੱਕ ਲਈ ਕੁਐਸਚਨ ਹੈ ਤਾਂ ਉਹ ਦੂਜੇ ਲਈ ਵੀ ਹੈ। ਤੇ ਇਹਦਾ ਜਵਾਬ ਵੀ ਕੇਜਰੀਵਾਲ ਨੂੰ, ਜੇ ਬਿਲਕੁਲ ਸਾਫ਼ ਸੁਥਰੀ ਪਾਰਟੀ ਹੈ ਜਾਂ ਉਹੋ ਜਿਹਾ ਕਰਨਾ ਚਾਹੁੰਦੀ ਹੈ ਤਾਂ ਦਿਆਨਤਦਾਰੀ ਨਾਲ ਇਹਨਾਂ ਸਵਾਲਾਂ ਦੇ ਜਵਾਬ ਦੇਵੇ, ਚਾਹੇ ਉਹ ਜਵਾਬ ਕਿਸੇ ਨੂੰ ਜਚੇ ਕਿਸੇ ਨੂੰ ਨਾ, ਉਹਦਾ ਜਵਾਬ ਦੇਣਾ ਚਾਹੀਦਾ ਜੀ। ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਤੇ ਜਿੱਥੇ ਕਾਂਗਰਸ ਦੇ ਵਿੱਚ ਅੰਦਰੂਨੀ ਕਾਟੋ-ਕਲੇ ਜਿਹੜਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਉੱਥੇ ਆਮ ਆਦਮੀ ਪਾਰਟੀ ਨੇ ਆਪਣਾ ਦੂਜਾ ਐਲਾਨ ਜਿਹੜਾ ਹੈਗਾ ਕਰ ਦਿੱਤਾ। ਤੁਸੀਂ ਕੀ ਦੇਖਦੇ ਹੋ ਕਿ ਇਸ ਦਾ ਪੰਜਾਬ ਦੀ ਸਿਆਸਤ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ? ਅਜੇ ਸਿਚੁਏਸ਼ਨ ਨਾ ਬਹੁਤ ਜ਼ਿਆਦਾ ਫਲਿਊਡ ਹੈ, ਤਰਲ ਉਹਦੇ ਵਾਂਗ ਤੁਰੀ ਫਿਰਦੀ ਹੈ ਮੇਰਾ ਖਿਆਲ ਹੈ। ਉਹਦਾ ਕਾਰਨ ਇਹ ਹੈ ਵੀ ਅਜੇ ਇੱਕ ਹੁਣ ਚੰਨੀ ਦੇ ਬਣਨ ਤੋਂ ਬਾਅਦ ਦੁਬਾਰਾ ਕਾਂਗਰਸ ਦੇ ਵਿੱਚ ਇੱਕ ਮੈਸੇਜ ਗਿਆ ਸੀ। ਜਿਵੇਂ ਪਹਿਲਾਂ BSP ਤੇ ਅਕਾਲੀਆਂ ਨੇ ਜਦੋਂ ਸਮਝੌਤਾ ਕਰ ਲਿਆ ਸੀ, ਉਦੋਂ ਕਹਿੰਦੇ ਸੀ ਕਿ ਮਾਸਟਰ ਸਟ੍ਰੋਕ ਹੈ, ਸ਼ਾਇਦ ਇਹਦੇ ਨਾਲ ਹੁਣ ਹੋਏਗਾ। ਦੁਆਬੇ 'ਚ ਕਾਂਗਰਸ ਮਾਯੂਸ ਦਿਖਾਈ ਦੇ ਰਹੀ ਸੀ, ਬਾਕੀ ਸੀ। ਤੇ ਚੰਨੀ ਦੇ ਬਣਨ ਨਾਲ ਇੱਕ ਪੂਰਾ ਮਾਹੌਲ ਹੋਰ ਤਰ੍ਹਾਂ ਦਾ ਬਦਲ ਗਿਆ ਸੀ। ਫਿਰ ਐਂ ਲੱਗਣ ਲੱਗ ਗਿਆ ਵਿਰੋਧੀਆਂ ਨੂੰ ਵੀ ਹੁਣ ਸਾਡੇ 'ਤੇ ਅਸਰ ਪਊਗਾ ਜਿਸ ਪੱਧਰ ਦਾ। ਪਰ ਆਹ ਕਲਚਰ ਜਿਹੜਾ ਦੁਬਾਰਾ ਚੱਲ ਪਿਆ ਹੁਣ ਫੇਰ ਅਸਤੀਫਿਆਂ ਦਾ ਜਾਂ ਬਾਕੀ ਦਾ, ਇਹਦੇ ਨਾਲ ਕਿੰਨਾ ਅਸਰ ਪਊਗਾ ਕਿੰਨਾ ਨਹੀਂ। ਮਤਲਬ 3 ਮਹੀਨਿਆਂ 'ਚ ਐਂ ਸੀ ਵੀ ਕੁਝ ਕਰਨਾ ਪਊਗਾ ਪ੍ਰੈਕਟੀਕਲੀ ਵੀ, ਬਿਨਾਂ ਪ੍ਰੈਕਟੀਕਲ ਨਹੀਂ ਹੋਣਾ। ਇਹ ਜਿਹੜੇ ਵੱਡੇ ਮੁੱਦੇ ਨੇ, ਬੇਅਦਬੀ ਦੇ ਸਵਾਲ ਨੇ, ਚੰਨੀ ਵੀ ਉਹੀ ਫੈਸਲੇ ਲੈ ਰਿਹਾ ਜਿਹੋ ਜਿਹੇ ਫੈਸਲੇ ਕੇਜਰੀਵਾਲ ਕਰ ਰਿਹਾ ਕਿ ਅਸੀਂ 300 ਯੂਨਿਟ ਫਰੀ ਕਰ ਦਾਂਗੇ। ਹੁਣ ਉਹ 300 ਨਹੀਂ ਕਿ ਹੋਇਆ, ਹੁਣ ਕਹਿੰਦਾ ਵੀ ਜਿਹੜਾ ਪੈਂਡਿੰਗ ਬਿੱਲ ਨੇ ਅਸੀਂ 2 ਕਿਲੋ ਵਾਟ ਤੱਕ ਵਾਲਿਆਂ ਦੇ ਉਹਨੂੰ ਕਰ ਦਾਂਗੇ। ਇਹ ਸਾਰੇ ਸਵਾਲ ਤਾਂ ਇਹ ਨੇ ਕਿ ਅਸੀਂ ਖਜ਼ਾਨੇ 'ਚੋਂ ਆਹ ਰਿਆਇਤ ਦੇ ਦਾਂਗੇ, ਜਿਹੜਾ ਹੁਣੇ ਤੁਰੰਤ ਦੀ ਰਿਆਇਤ। ਜਿਹੜੀ ਬੇਸਿਕ ਕ੍ਰਾਈਸਿਸ ਪੰਜਾਬ ਦਾ ਖੜਾ ਹੋਇਆ ਹੈ, ਉਹਦੇ 'ਤੇ ਤਾਂ ਅਜੇ ਤੱਕ ਤੁਸੀਂ ਕਰਨੇ ਨੇ ਨਾ। ਜਿਹੜੇ ਵਾਅਦੇ ਤੁਸੀਂ ਘਰ ਘਰ ਰੁਜ਼ਗਾਰ ਦਾ ਕੀਤਾ ਸੀ, ਤੁਸੀਂ ਬੇਅਦਬੀ ਦਾ ਕੀਤਾ ਸੀ, ਤੁਸੀਂ ਨਸ਼ੇ ਦਾ ਕੀਤਾ ਸੀ, ਤੁਸੀਂ ਬਾਕੀ ਦੇ ਜਿੰਨੇ ਵੀ ਵਾਅਦੇ ਸਮੁੱਚੇ ਕਰਜ਼ਾ ਕਿਸਾਨੀ ਦਾ ਮਾਫ਼ ਕਰਨ ਦਾ ਕੀਤਾ ਸੀ, ਉੱਥੇ ਖੜੇ ਹੋਏ ਨੇ। ਇਸ ਲਈ ਅਕਾਲੀ ਵੀ ਅਜੇ ਪੂਰੀ ਤਰ੍ਹਾਂ ਨਹੀਂ ਉਸ ਵਿੱਚ ਕਹਿ ਸਕਦੇ। ਕਿਸਾਨਾਂ ਨਾਲ ਉਹਨਾਂ ਦਾ ਟਕਰਾਅ ਪਿਛਲੇ ਦਿਨਾਂ 'ਚ ਵੱਧਦਾ ਉਹਨਾਂ ਨੇ ਸਿਆਣਪ ਮੁੜ ਕੇ ਕੀਤੀ ਕਿ ਉਹ ਥੋੜ੍ਹਾ ਜਿਹਾ ਪੈਸਿਵ ਹੋ ਗਿਆ, ਆਪਣੀ ਉਹ ਯਾਤਰਾ ਟਾਲੀ ਉਸ ਪੱਧਰ ਦੇ ਉੱਤੇ। ਅਤੇ ਇਹ 3 ਧਿਰਾਂ ਮੇਨਲੀ ਪੰਜਾਬ 'ਚ ਆਪ ਜੀ, ਅਕਾਲੀ ਅਤੇ BSP ਅਤੇ ਕਾਂਗਰਸ ਲੱਗਦੀਆਂ ਸੀ। ਪਰ ਹੁਣ ਇੱਕ ਧਿਰ ਜਿਹੜੀ ਚੌਥੀ ਧਿਰ ਦੇ ਵੀ ਚਾਂਸ ਜਿਹੜੇ ਨੇ, ਜਿਹੜੇ BJP ਵਾਲਿਆਂ ਦਾ ਬੋਲਬਾਣੀ ਬਦਲ ਗਈ ਹੈ ਜੀ। ਅਤੇ ਇਹੀ ਜਿਹੜਾ ਹਰਜੀਤ ਗਰੇਵਾਲ ਉਹ ਨਹੀਂ ਕਹਿੰਦੇ ਸੀ ਕਿਸਾਨਾਂ ਦਾ, ਉਹ ਕਹਿੰਦੇ ਕਿਸਾਨ ਵੀ ਸਾਡੇ ਹੀ ਨੇ। ਜੇ ਅਮਰਿੰਦਰ ਸਿੰਘ ਆਉਂਦੇ ਨੇ ਅਮਰਿੰਦਰ ਸਿੰਘ ਵੱਡੇ ਆਗੂ ਨੇ, ਫਲਾਨਾ ਧਮਕਾ। ਜੇ ਇਟ ਮੀਨਸ ਜੇ ਅਮਰਿੰਦਰ ਸਿੰਘ BJP ਚਲਾ ਜਾਂਦਾ ਹੈ ਜਾਂ BJP ਤੋਂ ਅਲੱਗ ਇੱਕ ਗਰੁੱਪ ਬਣਾ ਕੇ BJP ਨਾਲ ਅਲਾਇੰਸ ਕਰਦਾ ਹੈ, ਤਾਂ
ਇੱਕ ਟਾਈਪ ਦਾ ਬੀਜੇਪੀ ਨਾਲ ਰਲ ਕੇ ਹਿੰਦੂ ਸੈਂਟੀਮੈਂਟ ਵੀ ਹੈ ਤੇ ਕੁਝ ਦੂਜਾ ਤਾਂ ਇੱਕ ਹੋਰ ਧੜਾ ਵੀ ਥੋੜਾ ਜਿਹਾ ਪਹਿਲਾਂ ਨਾਲੋਂ ਜਿਹੇ ਜੀ ਬੀਜੇਪੀ ਦੀ ਅੱਜ ਹਾਲਤ ਹੈ ਇਹਦੇ ਨਾਲੋਂ ਮਜ਼ਬੂਤ ਹਾਲਤ ਦੇ ਵਿੱਚ ਤਾਂ ਹੋਊਗੀ ਉਹ ਨਾ ਮਾੜੀ ਮੋਟੀ ਜਿਹੜੀ ਵੀ ਹੈ। ਔਰ ਜੇ ਇੱਕ ਗੱਲ ਇਹ ਵੀ ਆਉਂਦੀ ਹੈ ਜਿਹੜਾ ਜਿੱਡਾ ਵੱਡਾ ਇੱਕ ਸਿਸਟਮ ਬਣਾਇਆ ਜਾ ਰਿਹਾ ਕਿ ਗਵਰਨਮੈਂਟ ਆਫ ਇੰਡੀਆ ਹੁਣ ਕਿਸਾਨ ਅੰਦੋਲਨ ਨੇ ਉਹਦੇ ਨੱਕ 'ਚ ਦਮ ਕਰ ਰੱਖਿਆ ਜੋ ਮਰਜ਼ੀ ਕਹੇ ਜੀ ਕਿ ਉਹਨੂੰ ਕੁਝ ਨਹੀਂ ਫਰਕ ਪੈਂਦਾ ਜੇ ਉਹ ਇਹੋ ਜਿਹਾ ਕੁਝ ਨਹੀਂ। ਯੂਪੀ ਦੇ ਵਿੱਚ ਵੀ ਉਹਨਾਂ ਨੂੰ ਅਸਰ ਦਿਖਾਈ ਦੇ ਰਿਹਾ ਤੇ ਬਾਕੀ ਜਗ੍ਹਾ ਵੀ ਆ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਕਾਫੀ ਗੱਲ ਨੇੜੇ ਲੱਗਦੀ ਦਿਖਾਈ ਦੇ ਰਹੀ ਹੈ ਬਿੱਲਾਂ ਦੀ ਵਾਪਸੀ ਦੇ ਮਾਮਲੇ ਦੇ ਵਿੱਚ ਤੇ ਐਮਐਸਪੀ ਤੇ ਵੀ ਕੋਈ ਨਾ ਕੋਈ ਤਰੀਕਾ ਲੱਭਣ ਦੀ ਗੱਲ ਹੈ ਵੀ ਉਹ ਥਰੂ ਅਮਰਿੰਦਰ ਕਰ ਦਿੱਤਾ ਜਾਂਦਾ ਮੰਨ ਲਓ ਇੱਕ ਤਰੀਕੇ ਦਾ। ਇਹਦਾ ਮਤਲਬ ਇਹ ਹੈ ਕਿ ਇੱਕ ਚੌਥੀ ਧਿਰ ਹੋਰ ਹੋ ਗਈ। ਹੁਣ ਕੱਲੀ ਚੌਥੀ ਧਿਰ ਨਾਲ ਕੰਮ ਨਹੀਂ ਚੱਲਣਾ। ਜੇ ਉਹ ਕਿਸਾਨ ਅੰਦੋਲਨ ਦਾ ਉੱਥੇ ਸਹਿਮਤੀ ਹੋ ਜਾਈਏ ਤਾਂ ਜਿਹੜਿਆਂ ਨੇ ਕਿਸਾਨ ਅੰਦੋਲਨ ਲੜਿਆ ਉੱਧਰੋਂ ਫ੍ਰੀ ਹੋ ਗਏ ਤਾਂ ਬਦਲੇ ਹੋਏ ਮਾਹੌਲ 'ਚ ਜਿਹੜਾ ਪੰਜਾਬ ਬਦਲਾਅ ਚਾਹੁੰਦਾ ਕਿ ਕੋਈ ਨਵੀਂ ਧਿਰ ਨਵੇਂ ਏਜੰਡੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਵੇ ਤਾਂ ਇਹ ਕਿਉਂ ਸੰਭਵ ਨਹੀਂ ਹੈ ਕਿ ਉਹ ਪੰਜਵੀਂ ਧਿਰ ਵੀ ਕੋਈ ਇੱਥੇ ਮੈਦਾਨ ਦੇ ਵਿੱਚ ਉਸ ਰੂਪ ਦੇ ਵਿੱਚ ਨਿਕਲੇ। ਜੀ ਬਿਲਕੁਲ। ਇਸ ਲਈ ਅੱਜ ਇਹਨੂੰ ਇਮੀਡੀਏਟਲੀ ਕੁਝ ਕਹਿਣਾ ਉਸ ਲੈਵਲ ਤੇ ਨਹੀਂ ਕਿਹਾ ਜਾ ਸਕਦਾ ਤੇ ਹਜੇ ਅਗਲਾ ਜਿਹੜਾ ਮਹੀਨੇ ਦਾ ਦੌਰ ਹੈ ਜਿਹਦੇ ਵਿੱਚ ਇਹ ਕੁਝ ਹੁੰਦਾ ਹੈ। ਜੇ ਇਹ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਨੇ ਜਿਹੜੀਆਂ ਚਰਚਾਵਾਂ ਨੇ ਕਿ ਅਮਰਿੰਦਰ ਸਿੰਘ ਸਮਝੌਤਾ ਕਰਾ ਦੂਗਾ ਤਾਂ ਬਾਕੀ ਅਲੱਗ ਟਾਈਪ ਦੇ ਇਲੈਕਸ਼ਨ ਦਾ ਰਿਜ਼ਲਟ ਵੀ ਹੋਏਗਾ ਤੇ ਅਲੱਗ ਟਾਈਪ ਦੀ ਫਾਈਟ ਹੋਏਗੀ, ਲੜਾਈ ਹੋਏਗੀ ਤੇ ਜੇ ਉਹ ਨਹੀਂ ਹੁੰਦਾ ਤਾਂ ਅਲੱਗ ਟਾਈਪ ਦੀ ਫਾਈਟ ਹੋਏਗੀ। ਇਸ ਲਈ ਅੱਜ ਦੇ ਦੌਰ 'ਚ ਕੇਵਲ ਇਹਨਾਂ ਪਾਰਟੀਆਂ ਦੇ ਇਰਦ ਗਿਰਦ ਘੁੰਮਣ ਦੇ ਨਾਲੋਂ ਕਿਸਾਨ ਅੰਦੋਲਨ ਦਾ ਜਿਹੜਾ ਇੰਪੈਕਟ ਹੈ ਜਿਹੜਾ ਅਸਰ ਹੈ ਉਹਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਦੇਖਣਾ ਮੇਰਾ ਖਿਆਲ ਹੈ ਨਾ ਉਹ ਹਕੀਕਤ ਦੇ ਮੁਤਾਬਕ ਹੈ ਤੇ ਨਾ ਪੰਜਾਬ ਦੇ ਭਵਿੱਖ ਨਾਲ ਮੈਚ ਕਰਦੀ ਗੱਲ ਹੈ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।